ਹੈਲੋ एवरीवन ਵੈਲਕਮ ਟੂ ਦੀਪ ਰੌਡ ਦੀ ਇਸ ਵੀਡੀਓ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਨਵਰੀ ਮੰਥ ਦਾ ਪਾਰਟ 1। ਦਸੰਬਰ ਵਾਂਗੂ ਜਨਵਰੀ ਦੇ ਵੀ 4 ਪਾਰਟਸ ਆਉਣਗੇ ਤੇ ਚਾਰੇ ਪਾਰਟਸ ਦੇ ਅੰਦਰ ਆਪਾਂ ਜਨਵਰੀ ਦੇ ਮੰਥ ਦੇ ਕਰੰਟ ਅਫੇਅਰਸ ਅੱਛੀ ਤਰ੍ਹਾਂ ਕੰਪਲੀਟ ਕਰ ਲਾਂਗੇ। ਵੈਸੇ ਤਾਂ ਨਵੇਂ ਸਾਲ ਨੂੰ ਚੜੇ 20 ਦਿਨ ਹੋ ਗਏ, ਲੇਕਿਨ ਇਸ ਵੀਡੀਓ ਦੇ ਵਿੱਚ ਆਪਾਂ ਕਰੰਟ ਅਫੇਅਰਸ ਕਰਾਂਗੇ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ। 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਇਸ ਵੀਡੀਓ ਵਿੱਚ ਆਪਾਂ ਕੰਪਲੀਟ ਕਰਾਂਗੇ। ਠੀਕ ਹੈ, ਵੀਡੀਓ ਦੇ ਫਾਰਮੈਟ ਵਿੱਚ ਥੋੜ੍ਹਾ ਜਿਹਾ ਚੇਂਜ ਹੈ। ਆਪਾਂ ਪਹਿਲਾਂ ਕੁਇਜ਼ ਦੇਖਦੇ ਹੁੰਦੇ ਸੀਗੇ ਅਤੇ ਉਸ ਤੋਂ ਬਾਅਦ ਆਪਾਂ ਕਰਦੇ ਹੁੰਦੇ ਸੀ MCQs, ਲੇਕਿਨ ਹੁਣ ਆਪਾਂ ਪਹਿਲਾਂ MCQs ਕਰਿਆ ਕਰਾਂਗੇ, ਫਿਰ ਆਪਾਂ ਐਂਡ 'ਤੇ ਥੋੜ੍ਹਾ ਕੁਇਜ਼ ਕੰਡਕਟ ਕਰਾਂਗੇ। ਠੀਕ ਹੈ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੇ MCQs ਐਂਡ ਹੇਅਰ ਵੀ ਗੋ। ਸਭ ਤੋਂ ਪਹਿਲਾਂ ਆਪਣੇ ਇੰਪੋਰਟੈਂਟ ਡੇਜ਼। 1 ਜਨਵਰੀ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਹੀ DRDO ਨੇ ਆਪਣਾ ਫਾਊਂਡੇਸ਼ਨ ਡੇ ਓਬਜ਼ਰਵ ਕੀਤਾ। ਠੀਕ ਹੈ, ਇਹ ਸੀਗਾ ਇਹਨਾਂ ਦਾ 63rd ਫਾਊਂਡੇਸ਼ਨ ਡੇ। DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਚੇਅਰਮੈਨ ਕੌਣ ਹੈ? ਸਤੀਸ਼ ਰੈਡੀ ਜਿਹਦੇ ਚੇਅਰਮੈਨ ਹੈ। ਠੀਕ ਹੈ ਜੀ, ਇਹਨਾਂ ਨੇ 1 ਜਨਵਰੀ ਨੂੰ ਆਪਣਾ ਫਾਊਂਡੇਸ਼ਨ ਡੇ ਓਬਜ਼ਰਵ ਕੀਤਾ ਅਤੇ ਇਹ ਐਸਟੈਬਲਿਸ਼ ਕਦੋਂ ਹੋਇਆ ਸੀ? ਇਹ ਹੋਇਆ ਸੀ 1958 ਦੇ ਵਿੱਚ। ਠੀਕ ਹੈ ਜੀ, 1958 ਦੇ ਵਿੱਚ DRDO ਐਸਟੈਬਲਿਸ਼ ਹੋਇਆ ਸੀ। ਵਰਲਡ ਬ੍ਰੇਲ ਡੇ 4 ਜਨਵਰੀ ਨੂੰ ਓਬਜ਼ਰਵ ਕੀਤਾ ਗਿਆ। ਵਰਲਡ ਬ੍ਰੇਲ ਡੇ, ਇਸ ਦਿਨ ਲੂਇਸ ਬ੍ਰੇਲ ਦਾ ਬਰਥਡੇ ਹੁੰਦਾ ਹੈ। ਲੂਇਸ ਬ੍ਰੇਲ, ਜਿਨ੍ਹਾਂ ਨੇ ਇਹ ਬ੍ਰੇਲ ਲੈਂਗੁਏਜ ਬਣਾਈ ਹੈ, ਅਤੇ ਲੂਇਸ ਬ੍ਰੇਲ ਇਹ ਬਿਲੋਂਗ ਕਰਦੇ ਨੇ ਫਰਾਂਸ ਤੋਂ ਬਿਲੋਂਗ ਕਰਦੇ ਸੀ ਇਹ ਲੂਇਸ ਬ੍ਰੇਲ। ਠੀਕ ਹੈ ਜੀ, ਆਪਣਾ ਫਸਟ MCQ, द खेलो इंडिया आइस हॉकी टूर्नामेंट बिगेन एट विच प्लेस। जो खेलो इंडिया आइस हॉकी टूर्नामेंट होगा, यह कितने होगा? ये होगा लद्दाख यूनियन टैरेटरी दे विच। जो लद्दाख कितने होगा? ये होगा कारगिल दे विच। ठीक है, कारगिल जो लद्दाख यूनियन टैरेटरी दे विच है। ठीक है, लेह ते कारगिल अगर आप दोनों जोड़ दिए तो लद्दाख की पूरी यूनियन टैरेटरी बनती है। ठीक है, लद्दाख दे विच 2 रामसर साइट्स भी है। एक का नाम है तसो मोरीरी लेक ਤੇ ਇੱਕ ਦਾ ਨਾਮ ਹੈ ਤਸੋਕਰ ਲੇਕ ਜਾਂ ਫਿਰ ਇਹਨੂੰ ਤਸੋਕਰ ਵੈਟਲੈਂਡ ਕੰਪਲੈਕਸ ਵੀ ਕਿਹਾ ਜਾਂਦਾ ਹੈ। ਠੀਕ ਹੈ, ਤੇ ਤਸੋਕਰ ਵੈਟਲੈਂਡ ਕੰਪਲੈਕਸ ਹੈ ਜੋ ਇਹ ਹੈ ਇੰਡੀਆ ਦੀ 42nd ਰਾਮਸਰ ਸਾਈਟ। ਠੀਕ ਹੈ, ਬਿਲਕੁਲ ਲੇਟੈਸਟ ਰਾਮਸਰ ਸਾਈਟ ਹੈ, ਇਹ ਯਾਦ ਰੱਖਣਾ ਹੈ। which has become India's first urban cooperative bank to operate as a small finance bank। ਕਿਹੜਾ ਇਹ ਜਿਹਾ ਪਹਿਲਾ ਅਰਬਨ ਕੋਆਪਰੇਟਿਵ ਬੈਂਕ ਹੈ ਜਿਹਨੂੰ ਪਰਮਿਸ਼ਨ ਮਿਲ ਗਈ ਟੂ ਗੈਟ ਕਨਵਰਟਡ ਇਨਟੂ ਸਮਾਲ ਫਾਈਨੈਂਸ ਬੈਂਕ। ਠੀਕ ਹੈ ਜੀ, ਸੋ ਇਸ ਕੁਐਸਚਨ ਦਾ ਆਨਸਰ ਆ ਜਾਊਗਾ ਆਪਸ਼ਨ A, ਸ਼ਿਵਾਲਿਕ ਮਰਕੈਂਟਾਈਲ ਕੋਆਪਰੇਟਿਵ ਬੈਂਕ। ਠੀਕ ਹੈ ਜੀ, ਹੁਣ ਇਹ ਸਮਾਲ ਫਾਈਨੈਂਸ ਬੈਂਕ ਬਣ ਜਾਊਗਾ। ਠੀਕ ਹੈ, ਅੱਛਾ, ਜੋ RBI ਹੈ, ਰਿਜ਼ਰਵ ਬੈਂਕ ਆਫ ਇੰਡੀਆ, ਠੀਕ ਹੈ, ਇਹਨੂੰ ਕਾफ़ੀ ਚਿੰਤਾ ਹੈ ਕਿਸ ਚੀਜ਼ ਦੀ? ਸਾਈਬਰ ਸਿਕਿਉਰਿਟੀ ਫॉर ਅਰਬਨ ਕੋਆਪਰੇਟਿਵ ਬੈਂਕ। ਜੋ ਅਰਬਨ ਕੋਆਪਰੇਟਿਵ ਬੈਂਕਸ ਹੈ, ਇਹਨਾਂ ਦੀ ਸਾਈਬਰ ਸਿਕਿਉਰਿਟੀ ਦੀ ਕਾफ़ੀ ਟੈਂਸ਼ਨ ਹੈ। ਠੀਕ ਹੈ, ਸੋ ਇਹਨੇ ਇੱਕ ਪੋਰਟਲ ਬਣਾਇਆ ਹੈ ਜਿਹਦਾ ਨਾਮ ਹੈ ਗਾਰਡ। ਇੱਕ ਪੋਰਟਲ ਬਣਾਇਆ ਹੈ RBI ਨੇ, ਕਿਸ ਲਈ? ਜੋ ਸਾਈਬਰ ਸਿਕਿਉਰਿਟੀ ਦਾ ਧਿਆਨ ਰੱਖੂਗੀ ਕਿਹਨਾਂ ਦੀ? ਅਰਬਨ ਕੋਆਪਰੇਟਿਵ ਬੈਂਕਸ ਦੀ ਸਾਈਬਰ ਸਿਕਿਉਰਿਟੀ ਦਾ ਧਿਆਨ ਰੱਖਣ ਲਈ ਗਾਰਡ ਇੱਕ ਪੋਰਟਲ ਬਣਾਇਆ ਗਿਆ ਹੈ RBI ਦੁਆਰਾ। ਠੀਕ ਹੈ ਜੀ, who has been named as the chairman of the jury of 51st edition of International Film Festival of India to be held in Goa। ਜਿਵੇਂ ਕਿ ਹੁਣ 51st ਐਡੀਸ਼ਨ ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹੋਊਗਾ ਗੋਆ ਦੇ ਵਿੱਚ, ਉਹਦੀ ਜੋ ਜਿਊਰੀ ਹੈ ਉਹਦਾ ਚੇਅਰਮੈਨ ਕੌਣ ਹੋਊਗਾ? ਠੀਕ ਹੈ, ਸੋ ਇਹਦਾ ਚੇਅਰਮੈਨ ਹੋਊਗਾ ਆਪਸ਼ਨ C, ਪੈਬਲੋ ਸੀਸਾਰ ਹੋਊਗਾ ਜੋ ਚੇਅਰਮੈਨ ਹੋਊਗਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ, ਜੋ 51st ਐਡੀਸ਼ਨ ਹੋ ਰਿਹਾ ਇਸ ਵਾਰ, ਅਤੇ ਕਿੱਥੇ ਹੋ ਰਿਹਾ? ਗੋਆ ਦੇ ਵਿੱਚ। ਠੀਕ ਹੈ ਜੀ, ਅੱਛਾ, ਜੋ ਇਹ ਪੈਬਲੋ ਸੀਸਾਰ ਨੇ, ਇਹ ਕਿੱਥੋਂ ਬਿਲੋਂਗ ਕਰਦੇ ਹੈ? ਇਹ ਬਿਲੋਂਗ ਕਰਦੇ ਨੇ ਅਰਜਨਟੀਨਾ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਅਤੇ ਇਸ ਫਿਲਮ ਫੈਸਟੀਵਲ ਦੇ ਵਿੱਚ ਇੱਕ ਫੋਕਸ ਕੰਟਰੀ ਵੀ ਹੈ। ਫੋਕਸ ਕੰਟਰੀ ਹੈ ਬਾਂਗਲਾਦੇਸ਼ ਹੈ ਫੋਕਸ ਕੰਟਰੀ ਇਸ ਵਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ। ਵਿਚ ਮਿਨਿਸਟਰੀ ਹੈਜ਼ ਲਾਂਚਡ ਦ ਫਰੇਟ ਬਿਜ਼ਨਸ ਡਿਵੈਲਪਮੈਂਟ ਪੋਰਟਲ। ਡਿਵੈਲਪਮੈਂਟ ਪੋਰਟਲ ਕਿਹੜੀ ਮਿਨਿਸਟਰੀ ਨੇ ਸ਼ੁਰੂ ਕੀਤਾ ਹੈ? ਸੋ ਇਹ ਸ਼ੁਰੂ ਕੀਤਾ ਹੈ
मिनिस्ट्री ऑफ रेलवेज़ ने। मिनिस्ट्री ऑफ रेलवेज़ ने शुरू किया है फ्रेट बिजनेस डेवलपमेंट पोर्टल। तो अपने रेलवे मंत्री कौन है, मतलब रेलवे के मिनिस्टर ने अपने पीयूष गोयल। पीयूष गोयल अपने इंडिया रेलवे मंत्री ने, ठीक है। तो आ जो फ्रेट बिजनेस डेवलपमेंट पोर्टल है ये की होगा, जो बिजनेसमैन है वो अपने गुड्स फ्रॉम वन स्टेट टू एनदर बाय यूजिंग रेलवे नैटवर्क्स आपां वो शिफ्ट कर सकते हैं, ठीक है जी। अपना नेक्स्ट क्वेश्चन, इंडिया हैज़ साइंड 2 लोन अग्रीमेंट ऑफ $464 million with New Development Bank for updating state highway network and district road network in which state। मतलब कि जो न्यू डेवलपमेंट बैंक है, ठीक है, इन्हें $446 million का लोन देना है। किहड़ी स्टेट नूं देऊगा, तो वह स्टेट करूगी कि एक तो अपने जिहड़े स्टेट हाईवेज़ है उन्होंने अपडेट करूगी, तो जो रूरल एरियाज़ है डिस्ट्रिक्ट रोड नैटवर्क बनाऊगी, मतलब कि जो रूरल एरियाज़ है उन्होंने वड्डी सिटीज़ के नाल कनैक्ट करूगी, ठीक है। सो यह लोन मिले है आंध्र प्रदेश नूं, ठीक है जी। आंध्र प्रदेश की सरकार नूं लोन मिले है $446 million का, तो न्यू डेवलपमेंट बैंक यह लोन दे रही है, ठीक है। न्यू डेवलपमेंट बैंक नूं ब्रिक्स बैंक भी कहा जाता है, ब्रिक्स बैंक भी कहा जाता है न्यू डेवलपमेंट बैंक नूं। ते इहदे हैडकुआटर्स है ने शंघाई विच। शंघाई कित्थे है, चाइना शंघाई दे विच न्यू डेवलपमेंट बैंक जिन्हों आप ब्रिक्स बैंक कहने हैं उहदे हैडकुआटर्स है। विच बैंक हैज़ साइंड एन अग्रीमेंट ऑफ $105 million टू इंप्रूव द इनलैंड वाटर ट्रांसपोर्ट इंफ्रास्ट्रक्चर इन कोलकाता वेस्ट बंगाल। कलकत्ता वेस्ट बंगाल दे विच अपने इनलैंड वाटर ट्रांसपोर्ट नूं सही करन लई या फिर उन्होंने अच्छा इंप्रूव करन लई $105 million का लोन मिले है कलकत्ता नूं। यह किहड़े बैंक ने दिता है, ठीक है जी, यह लोन दिता है वर्ल्ड बैंक ने। ऑप्शन सी वर्ल्ड बैंक, जिहदे हैडकुआटर्स हैगे ने वाशिंगटन DC दे विच। वाशिंगटन DC दे विच हैगे ने वर्ल्ड बैंक दे हैडकुआटर्स, ठीक है। तो एक परसन है बहुत ज़्यादा जरूरी, क्योंकि वह इंडियन है, तो वर्ल्ड बैंक दे विच वह हैगा एग्जीक्यूटिव डायरैक्टर। एग्जीक्यूटिव डायरैक्टर वर्ल्ड बैंक का कौन है, राजेश खुल्लर। राजेश खुल्लर है जो यह हैगे ने वर्ल्ड बैंक दे विच एग्जीक्यूटिव डायरैक्टर। क्योंकि यह इंडियन ने, इसलिए आपां नूं याद करना ज़्यादा जरूरी है, ठीक है। विच ऑफ द फॉलोइंग स्टेट्स हैज़ लॉन्च्ड अ एम पेंशन ऐप। एम पेंशन ऐप दी यह एक ऐप है, यह किहड़ी स्टेट ने लॉन्च की है, ठीक है जी। ये की होएगा, मतलब कि जिन्हों की पेंशन आती है वो अपनी पेंशनस नूं ट्रैक कर सकते हैं, यह वगैरह फीचर्स होंगे। तो यह ऐप शुरू की है मणिपुर ने। मणिपुर ऑप्शन बी, मणिपुर ने यह ऐप शुरू की है, ठीक है। अच्छा, मणिपुर का स्टेट एनीमल है संगई। तो मणिपुर दे विच ही एक बहुत फेमस फैसटिवल मनाया जाता है जिसका नाम है संगई फैसटिवल। संगई फैसटिवल ये जो संगई फैसटिवल है मणिपुर दे विच बहुत ज़्यादा इंपॉर्टेंट है। हु इज़ द हेड ऑफ रिसेंटली कॉन्स्टिट्यूटेड अ हाई लेवल ग्रुप जिसका नाम की है साउथ एशिया ग्रुप फॉर एनर्जी, ठीक है। साउथ एशिया ग्रुप ऑफ एनर्जी दे जो हैड है ये कौन बनणगे, ठीक है जी। सो इन्हां दा नाम है राम विनय शाही। राम विनय शाही बनणगे साउथ एशिया ग्रुप फॉर एनर्जी दे हैड। देखो कुछ इंपॉर्टेंट अपॉइंटमेंट्स हुई हैं वो भी आप देख लेने हैं। एक है उत्पाल कुमार सिंह। उत्पाल कुमार सिंह, ठीक है। उत्पाल कुमार सिंह बने ने जो सैक्रटरी जनरल ऑफ लोक सभा। सैक्रटरी जनरल ऑफ लोक सभा जिन्हों आप लोअर हाउस भी कहने हैं, ठीक है। लोक सभा के उत्पाल कुमार सिंह बने ने जनरल सैक्रटरी। तो स्पीकर कौन है लोक सभा दे विच, ओम बिरला। ओम बिरला ये स्पीकर ने लोक सभा च, ठीक है जी। तो ओम बिरला की कॉन्स्टिट्यूएंसी है कोटा। कोटा कॉन्स्टिट्यूएंसी है
ओम बिरला दी। द वर्ल्ड्स लार्जेस्ट फ्लोटिंग 600 मेगावाट सोलर एनर्जी प्रोजेक्ट विल बी कंस्ट्रक्टेड एट विच डैम इन मध्य प्रदेश। मध्य प्रदेश के किहड़े डैम के उत्ते एक वर्ल्ड का सब तो वड्डा फ्लोटिंग 600 मैगावाट का सोलर एनर्जी प्रोजेक्ट लगेगा। ठीक है, सो ये लगेगा ओम कालेश्वर डैम ते। ऑप्शन बी ओम कालेश्वर डैम। हुण यह ओम कालेश्वर डैम किहड़ी नदी ते बनिया होया है? ये बनिया होया है नर्मदा ते। नर्मदा के उत्ते बनिया होया है ते किहड़े शहर च ये है? खांडवा विच। खांडवा दे विच ही एक भगवान भोलेनाथ का एक बहुत ज़्यादा इंपॉर्टेंट मंदिर है जिसका नाम है ओम कालेश्वर। ओम कालेश्वर मंदिर है जो खांडवा दे विच है। ठीक है, इंडिया दे विच भोलेनाथ के 12 ज्योतिर्लिंग है, उन्हां विचों एक है ओम कालेश्वर। ठीक है, तो ये है मध्य प्रदेश च। ते मध्य प्रदेश दे विच एक होर ज्योतिर्लिंग है जिसका नाम है महाकालेश्वर। महाकालेश्वर। ठीक है, तो ये महाकालेश्वर है उज्जैन दे विच। अच्छा, ये जो सोलर एनर्जी प्रोजेक्ट लगे है, यह याद रखना है भी ये 600 मैगावाट का है। ठीक है, अच्छा इंडिया के कुछ प्लैनिंग्स है, कुछ ऑब्जैक्टिव्स है बई इन्हों ने किहड़े साल तक रीन्यूएबल एनर्जी नाल कितनी एनर्जी प्रोड्यूस करनी है। ठीक है, सो आप देख लें 2022 तक इंडिया का टारगेट है बई ये 175 गीगावाट प्रोड्यूस करेंगे बाय यूजिंग रीन्यूएबल रिसोर्सिज। ठीक है, तो इन्हों की एक लॉन्ग टर्म प्लैनिंग भी है बई 2030 तक ये प्रोड्यूस करेंगे 450 गीगावाट बाय यूजिंग रीन्यूएबल रिसोर्सिज। ठीक है जी, सो दोने ये टारगेट्स भी याद रखने हैं अपने इंडिया के। हु हैज़ बिकम द फर्स्ट हैड ऑफ न्यूली क्रिएटेड ह्यूमन राइट्स सैल ऑफ इंडियन आर्मी। इंडियन आर्मी का जो ह्यूमन राइट्स सैल है वह हैड कौन बने? ठीक है, वह हैड बने मेजर जनरल गौतम चौहान। ऑप्शन ए मेजर जनरल गौतम चौहान। विच स्टेट हैज़ लॉन्च्ड द लॉन्च पैड स्कीम टू मेक यूथ सैल्फ रिलायंट। किहड़ी स्टेट है जिन्होंने अपने यूथ को सैल्फ रिलायंट बनाने वास्ते एक स्कीम शुरू की है जिसका नाम है लॉन्च पैड स्कीम। पहले मैं आंसर दसदा, लॉन्च पैड स्कीम शुरू की है मध्य प्रदेश ने। ठीक है, ऑप्शन डी मध्य प्रदेश। तो ये की होगा सरकार थोनों जो मतलब यूथ है 18+ की उम्र है जिन्हों मुंडे ते कुड़ियां दी 18+ की उम्र है उन्होंने लैंड प्रोवाइड की जाऊगी तो 6 लाख तक का समान प्रोवाइड किया जाऊगा ताकि वह अपने छोटे छोटियां शॉप्स खोल सकन जिमें कि फोटो स्टेट दियाँ हो गई। ठीक है, कॉफ़ी रेस्टोरेंट्स हो गए तो टाइपिंग वाला काम हो गया, ये सारियां कर सकन। ठीक है, तो अपना नाल पढ़ते भी रहन तो उन्होंने नाल ट्रेनिंग भी होंदी रहे, इसलिए ये लॉन्च पैड स्कीम चलाई गई है। ठीक है, मध्य प्रदेश में चलाई गई है। तो मध्य प्रदेश ने एक गल होर कही सी बई असी 2030 तक जो एड्स है एड्स नू अपने स्टेट चों बिल्कुल कर देंगे खत्म, बिल्कुल खत्म कर देंगे अपने देश चों, अपने स्टेट चों। यह गल कही है मध्य प्रदेश ने 2030 तक दी। मध्य प्रदेश की कैपिटल है भोपाल। भोपाल कैपिटल है तो जिहड़ा भोपाल दे विच एयरपोर्ट है वह की नाम है? जो भोपाल का एयरपोर्ट है वह नाम है राजा भोज एयरपोर्ट। राजा भोज एयरपोर्ट। ठीक है, जो भोपाल है यह है कैपिटल मध्य प्रदेश की। लेकिन अगर वो पूछन भी मध्य प्रदेश की लार्जेस्ट सिटी किहड़ी है, लार्जेस्ट सिटी है इंदौर। इंदौर है जो मध्य प्रदेश की लार्जेस्ट सिटी। विच स्टेट हैज़ लॉन्च्ड द किसान कल्याण मिशन टू डबल द फार्मर्स इनकम। किहड़ी स्टेट ने किसान कल्याण मिशन शुरू किया है फार्मर्स की इनकम नू डबल करने लई। सो तुहानूं फोटो देख के पता लग ही गया होना है, ये शुरू किया है यूपी की सरकार ने, उत्तर प्रदेश की सरकार ने किसान कल्याण मिशन शुरू किया है। ठीक है, अच्छा अगर किसान की गल हो रही है तो उत्तर प्रदेश के मतलब उत्तर प्रदेश च कुछ चीज़ां ने जो सब तो वध प्रोड्यूस होंदियां हैं। ठीक है, सो उत्तर प्रदेश लीडिंग प्रोड्यूसर है कादा? शुगर केन का। शुगर केन का सब तो वध मतलब प्रोडक्शन होंदी है यूपी दे विच। ठीक है, तो वीट का, वीट, शुगर केन, पोटैटो, ठीक है, मैंगो,
ਮਿਲਕ। ਠੀਕ ਹੈ, ਇਹਨਾਂ ਸਾਰਿਆਂ ਚੀਜ਼ਾਂ ਦਾ ਲੀਡਿੰਗ ਪ੍ਰੋਡਿਊਸਰ ਕੌਣ ਹੈ? ਉੱਤਰ ਪ੍ਰਦੇਸ਼। ਠੀਕ ਹੈ, ਤੇ ਉੱਤਰ ਪ੍ਰਦੇਸ਼ ਨੇ ਪਿੱਛੇ ਜੇ ਇੱਕ ਪੋਰਟਲ ਵੀ ਚਲਾਇਆ ਸੀ ਜਿਹਦਾ ਨਾਮ ਹੈ ਦਾਮਿਨੀ। ਦਾਮਿਨੀ ਪੋਰਟਲ ਚਲਾਇਆ ਸੀਗਾ। ਠੀਕ ਹੈ, ਇਹ ਚਲਾਇਆ ਸੀ ਵੂਮਨ ਪ੍ਰੋਟੈਕਸ਼ਨ ਲਈ। ਠੀਕ ਹੈ, ਵੂਮਨ ਪ੍ਰੋਟੈਕਸ਼ਨ ਲਈ ਚਲਾਇਆ ਸੀ ਦਾਮਿਨੀ ਪੋਰਟਲ। The second edition of Khelo India Winter Games will held from ਫਰਵਰੀ 11 2021 in which city? ਖੇਲੋ ਇੰਡੀਆ ਵਿੰਟਰ ਗੇਮਸ ਦਾ ਜਿਹੜਾ ਸੈਕਿੰਡ ਐਡੀਸ਼ਨ ਹੋਊਗਾ ਉਹ ਫਰਵਰੀ 11 2021 ਸ਼ੁਰੂ ਹੋ ਰਿਹਾ ਹੈ। ਕਿਹੜੀ ਸਿਟੀ ਦੇ ਵਿੱਚ ਸ਼ੁਰੂ ਹੋਊਗਾ? ਇਹ ਸ਼ੁਰੂ ਹੋਊਗਾ ਗੁਲਮਾਰਗ ਦੇ ਵਿੱਚ। ਆਪਸ਼ਨ ਡੀ ਗੁਲਮਾਰਗ। ਤੇ ਇਹ ਹੈ ਕਿੱਥੇ? ਇਹ ਹੈ ਜੰਮੂ ਐਂਡ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ, JNK ਯੂਨੀਅਨ ਟੈਰੀਟਰੀ ਦੇ ਵਿੱਚ। ਠੀਕ ਹੈ, ਅੱਛਾ ਜੰਮੂ ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਕੌਣ ਹੈ? ਮਨੋਜ ਸਿਨਹਾ। ਮਨੋਜ ਸਿਨਹਾ ਹੈ ਲੈਫਟੀਨੈਂਟ ਗਵਰਨਰ ਆਫ ਜੰਮੂ ਐਂਡ ਕਸ਼ਮੀਰ ਯੂਨੀਅਨ ਟੈਰੀਟਰੀ। ਤੇ ਜੰਮੂ ਕਸ਼ਮੀਰ ਦੇ ਨਾਲ ਹੈ ਯੂਨੀਅਨ ਟੈਰੀਟਰੀ ਲੱਦਾਖ। ਠੀਕ ਹੈ, ਤੇ RK ਮਾਥੁਰ, ਰਾਧਾ ਕ੍ਰਿਸ਼ਨਨ ਮਾਥੁਰ। ਰਾਧਾ ਕ੍ਰਿਸ਼ਨਨ ਮਾਥੁਰ ਹੈ ਲੈਫਟੀਨੈਂਟ ਗਵਰਨਰ ਆਫ ਲੱਦਾਖ। ਤੇ ਇਹ ਦੋਨੇ ਰੱਖਣੇ ਆ ਯਾਦ। ਠੀਕ ਹੈ ਜੀ। ਵਿਚ ਸਟੇਟ ਵਿਲ ਆਰਗੇਨਾਈਜ਼ ਦ 4th ਗਲੋਬਲ ਆਯੁਰਵੇਦਾ ਫੈਸਟੀਵਲ? ਚੌਥਾ ਗਲੋਬਲ ਆਯੁਰਵੇਦਾ ਫੈਸਟੀਵਲ ਕਿਹੜੀ ਸਟੇਟ ਆਰਗੇਨਾਈਜ਼ ਕਰੂਗੀ? ਇਹ ਕਰੂਗੀ ਕੇਰਲਾ। ਕੇਰਲਾ ਆਰਗੇਨਾਈਜ਼ ਕਰੂਗੀ ਗਲੋਬਲ ਆਯੁਰਵੇਦਾ ਫੈਸਟੀਵਲ। ਅੱਛਾ, ਇੰਡੀਆ ਦੇ ਵਿੱਚ 2 ਆਯੁਰਵੇਦਾ ਦੇ ਕਾਲਜ ਬਣ ਰਹੇ ਨੇ। ਇਹ ਕਿੱਥੇ ਕਿੱਥੇ ਬਣਨਗੇ? ਇੱਕ ਤਾਂ ਬਣੂਗਾ ਰਾਜਸਥਾਨ ਦੀ ਕੈਪੀਟਲ ਜੈਪੁਰ ਦੇ ਵਿੱਚ। ਜੈਪੁਰ ਦੇ ਵਿੱਚ ਬਣੂਗਾ ਇੱਕ ਆਯੁਰਵੇਦਾ ਦਾ ਕਾਲਜ। ਤੇ ਦੂਸਰਾ ਬਣੇਗਾ ਜਾਮਨਗਰ ਦੇ ਵਿੱਚ। ਜਾਮਨਗਰ ਦੇ ਵਿੱਚ ਬਣੂਗਾ ਇੱਕ, ਤੇ ਇੱਕ ਬਣੂਗਾ ਜੈਪੁਰ ਦੇ ਵਿੱਚ। ਠੀਕ ਹੈ, ਜੈਪੁਰ ਹੁਣੀ ਰੀਸੈਂਟਲੀ ਨਿਊਜ਼ ਸੀਗਾ ਕਿਉਂਕਿ ਜੈਪੁਰ ਦੇ ਵਿੱਚ ਬਣਿਆ ਇੰਡੀਆ ਦਾ ਫਸਟ ਔਰਗਨ ਡੋਨਰ ਮੈਮੋਰੀਅਲ। ਔਰਗਨ ਡੋਨਰ ਮੈਮੋਰੀਅਲ। ਠੀਕ ਹੈ, ਤੇ ਜਾਮਨਗਰ ਵੀ ਨਿਊਜ਼ ਸੀਗਾ। ਇੱਕ ਤਾਂ ਇਸੇ ਕਰਕੇ ਇੱਥੇ ਇੱਕ ਆਯੁਰਵੇਦਾ ਦਾ ਕਾਲਜ ਬਣਿਆ, ਤੇ ਦੂਸਰਾ ਇੱਥੇ ਆਇਆ ਹੈ ਰਾਫੇਲ ਦਾ ਸੈਕਿੰਡ ਬੈਚ। ਰਾਫੇਲ ਦਾ ਸੈਕਿੰਡ ਬੈਚ ਆਇਆ ਹੈ ਜਾਮਨਗਰ ਦੇ ਵਿੱਚ, ਤੇ ਫਸਟ ਆਇਆ ਸੀ ਅੰਬਾਲਾ ਦੇ ਵਿੱਚ। ਠੀਕ ਹੈ ਜੀ, ਅੰਬਾਲਾ ਦੇ ਵਿੱਚ ਆਏ ਸੀ 5 ਏਅਰਕ੍ਰਾਫਟ ਤੇ ਜਾਮਨਗਰ ਦੇ ਵਿੱਚ ਆਏ ਸੀ 3 ਏਅਰਕ੍ਰਾਫਟ। ਤੇ ਆਪਾਂ ਟੋਟਲ ਹੁਣ ਹਾਲੇ ਤੱਕ 8 ਏਅਰਕ੍ਰਾਫਟ ਰਾਫੇਲ ਦੇ ਰਿਸੀਵ ਕਰ ਚੁੱਕੇ ਹਾਂ। Who has been elected as the president of All India Chess Federation? All India Chess Federation ਦਾ ਪ੍ਰੈਜ਼ੀਡੈਂਟ ਕੌਣ ਇਲੈਕਟ ਹੋਇਆ ਹੈ? ਠੀਕ ਹੈ, ਸੋ ਇਹਨਾਂ ਦਾ ਨਾਮ ਹੈ ਸੰਜੇ ਕਪੂਰ। ਆਪਸ਼ਨ ਬੀ ਸੰਜੇ ਕਪੂਰ। ਅੱਛਾ, ਇੱਕ ਗੋਆ ਤੋਂ ਇੱਕ ਲੜਕਾ ਹੈ ਜੋ ਸਿਰਫ ਮਾਤਰ 14 ਸਾਲਾਂ ਦਾ ਹੈ। ਠੀਕ ਹੈ, ਉਹਦਾ ਨਾਮ ਹੈ ਲਿਓਨ ਮੈਂਡੋਕਾ। ਲਿਓਨ ਮੈਂਡੋਕਾ। ਜੋ ਇਹ ਲਿਓਨ ਮੈਂਡੋਕਾ ਹੈ ਇਹ ਬਿਲੋਂਗ ਕਰਦਾ ਹੈ ਗੋਆ ਤੋਂ। ਠੀਕ ਹੈ ਜੀ, ਇਹ ਸਿਰਫ 14 ਸਾਲਾਂ ਦਾ ਹੈ ਤੇ ਇੰਡੀਆ ਦਾ ਇਹ ਬਣ ਚੁੱਕਿਆ ਹੈ 67th ਗ੍ਰੈਂਡ ਮਾਸਟਰ ਆਫ ਚੈਸ। 67th ਗ੍ਰੈਂਡ ਮਾਸਟਰ ਆਫ ਚੈਸ ਬਣ ਚੁੱਕਿਆ ਹੈ ਲਿਓਨ ਮੈਂਡੋਕਾ ਜੋ ਗੋਆ ਤੋਂ ਬਿਲੋਂਗ ਕਰਦਾ ਹੈ। ਠੀਕ ਹੈ ਜੀ। Who has sworn in as the new ਚੀਫ ਜਸਟਿਸ ਆਫ ਕਾਮਨ ਕੋਰਟ ਆਫ ਯੂਨੀਅਨ ਟੈਰੀਟਰੀ ਲੱਦਾਖ ਤੇ JNK? ਜੋ JNK ਤੇ ਲੱਦਾਖ ਦੀ ਕਾਮਨ ਹਾਈ ਕੋਰਟ ਹੈ, ਠੀਕ ਹੈ, ਉਹਦਾ ਚੀਫ ਜਸਟਿਸ ਕੌਣ ਬਣਿਆ ਹੈ? ਸੋ ਇਹਦਾ ਚੀਫ ਜਸਟਿਸ ਬਣਿਆ ਹੈ ਪੰਕਜ ਮਿੱਤਲ। ਪੰਕਜ ਮਿੱਤਲ ਬਣਿਆ ਹੈ ਜੰਮੂ ਐਂਡ ਕਸ਼ਮੀਰ ਤੇ ਲੱਦਾਖ ਯੂਨੀਅਨ ਟੈਰੀਟਰੀ ਦਾ ਜੋ ਹਾਈ ਕੋਰਟ ਹੈ ਉਹਦਾ ਚੀਫ ਜਸਟਿਸ। ਠੀਕ ਹੈ ਜੀ। ਇਸ ਤੋਂ ਪਹਿਲਾਂ ਕੌਣ ਸੀ? ਇਸ ਤੋਂ ਪਹਿਲਾਂ ਸੀ ਗੀਤਾ ਮਿੱਤਲ। ਗੀਤਾ ਮਿੱਤਲ। ਠੀਕ ਹੈ, ਤੇ ਗੀਤਾ ਮਿੱਤਲ ਹੁਣ ਰੀਪਲੇਸ ਕਰ ਦਿੱਤੀ ਗਈ ਹੈ ਪੰਕਜ ਮਿੱਤਲ ਦੁਆਰਾ। ਠੀਕ ਹੈ, ਅੱਛਾ, ਹੁਣ ਅਗਰ ਗੀਤਾ ਮਿੱਤਲ ਮਤਲਬ ਚੀਫ ਜਸਟਿਸ ਨਹੀਂ ਰਹੀ ਤਾਂ ਇੱਕ ਨਾਮ ਹੁਣ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ ਜੋ ਹੈ ਹੀਮਾ ਕੋਹਲੀ। ਹੀਮਾ ਕੋਹਲੀ। ਕਿਉਂਕਿ ਪਹਿਲਾਂ ਤਾਂ ਮੈਂ ਦੱਸ ਦਿੰਦਾ ਵੀ ਇਹ ਕਿੱਥੋਂ ਦੀ ਚੀਫ ਜਸਟਿਸ ਹੈ। ਇਹ ਹੈ ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ। ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ ਹੈ ਹੀਮਾ ਕੋਹਲੀ। ਠੀਕ ਹੈ, ਤੇ ਇਹ ਇੰਪੋਰਟੈਂਟ ਕਿਉਂ ਹੈ? ਕਿਉਂਕਿ ਆਪਣੀਆਂ ਸਾਰੀਆਂ ਸਟੇਟਸ ਤੇ ਸਾਰੀਆਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਸਿਰਫ ਇੱਕ ਇਹ ਵੂਮੈਨ ਚੀਫ ਜਸਟਿਸ ਰਹਿ ਗਈ, ਬਾਕੀ ਸਾਰੇ ਬੰਦੇ ਨੇ। ਸਿਰਫ ਇਹ ਇੱਕ ਇਕੱਲੀ
ਹੀਮਾ ਕੋਹਲੀ ਹੀ ਇੱਕ ਕੱਲੀ ਵੂਮੈਨ ਚੀਫ ਜਸਟਿਸ ਰਹਿ ਗਈ। ਠੀਕ ਹੈ, ਪੂਰੇ ਇੰਡੀਆ ਦੀਆਂ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਅਗਰ ਚੈੱਕ ਕਰੀਏ ਤਾਂ। The Food Safety and Standard Authority of India FSSAI has scrapped the amount of trans fatty acids in oil and fats to what percent for 2021। 2021 तक FSSAI ने जो ट्रांस फैटी एसिड्स है उन्होंने मतलब मुक्ति गल कैप लगाती एक। ठीक है, कैप कितनी लगी है 2021 तक दी कैप लगी है 3% दी। ठीक है, ਜਿਹੜੇ ਆ ਫੈਟੀ ਐਸਿਡਸ ਹੁੰਦੇ ਨੇ ਇਹ ਸਰੀਰ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੁੰਦੇ ਹੈ। ਇਸ ਲਈ ਜੋ ਆਪਣਾ WHO ਹੈ, WHO ਨੇ ਕਿਹਾ ਹੈ ਬਈ 2023 ਤੱਕ ਹਰੇਕ ਚੀਜ਼ਾਂ 'ਚ ਜੋ ਟਰਾਂਸ ਫੈਟੀ ਐਸਿਡਸ ਹੈ ਇਹਦੀ ਪਰਸੈਂਟ ਕਰੋ 0% ਕਰੋ, ਬਿਲਕੁਲ ਮਤਲਬ ਬਿਲਕੁਲ ਖ਼ਤਮ ਕਰ ਦਿਓ। ਠੀਕ ਹੈ, ਇਸ ਲਈ ਆਪਣੇ FSSAI ਨੇ ਵੀ ਕਿਹਾ ਬਈ ਹੁਣ 2021 ਦੇ ਵਿੱਚ 3% ਤੇ ਕੈਪ ਲਾਤੀ ਵੀ 3% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਫਿਰ 2022 ਦੇ ਵਿੱਚ ਇਹਨਾਂ ਨੇ ਕਿਹਾ 2% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਮਤਲਬ ਮੁੱਕਦੀ ਗੱਲ ਬਈ ਇਹ WHO ਦੀ ਗਾਈਡਲਾਈਨਸ ਦੇ ਹਿਸਾਬ ਨਾਲ ਚੱਲੀ ਜਾਂਦੇ ਹੈ ਵੀ ਹੌਲੀ ਹੌਲੀ ਕਰਕੇ ਆਪਾਂ ਵੀ ਇਹਨੂੰ ਖ਼ਤਮ ਕਰ ਦਈਏ ਕਿਉਂਕਿ ਇਹ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇਹੀ ਹੁੰਦੇ ਨੇ। Prime Minister Narendra Modi has inaugurated a natural gas pipeline which will connect Kerala's Kochi to which city of Karnataka। अच्छा, एक ਪਾਈਪਲਾਈਨ ਪੈ ਰਹੀ ਹੈ ਗੈਸ ਦੀ ਜੋ ਕੋਚੀ ਨੂੰ ਕਨੈਕਟ ਕਰੂਗੀ, ਕੇਰਲਾ ਦੇ ਕੋਚੀ ਨੂੰ ਕਨੈਕਟ ਕਰੂਗੀ ਕਿਹੜੇ ਸਿਟੀ ਦੇ ਨਾਲ, ਕਰਨਾਟਕਾ ਦੇ। ਇਹ ਕਰੂਗੀ ਮੈਂਗਲੁਰੂ ਨੂੰ ਕਨੈਕਟ, ਮੈਂਗਲੁਰੂ ਤੱਕ ਇੱਕ ਗੈਸ ਦੀ ਪਾਈਪਲਾਈਨ ਪੈ ਰਹੀ ਹੈ। ਠੀਕ ਹੈ, ਇਹ ਪਹਿਲਾਂ ਤਾਂ 450 ਕਿਲੋਮੀਟਰ ਲੰਬੀ ਪਾਈਪਲਾਈਨ ਹੈ। ਕਿੰਨੀ? 450 ਕਿਲੋਮੀਟਰ ਲੰਬੀ ਪਾਈਪਲਾਈਨ ਹੈ। ਅਤੇ ਇਹ ਜੋ ਸਾਰੀ ਪਾਈਪਲਾਈਨ ਵਿਛ ਰਹੀ ਹੈ ਇਹ ਕਿਹੜੇ ਪ੍ਰੋਗਰਾਮ ਦੇ ਅੰਡਰ ਵਿਛ ਰਹੀ ਹੈ? ਇਹ ਵਿਛ ਰਹੀ ਹੈ ਵਨ ਨੇਸ਼ਨ ਵਨ ਗੈਸ ਗ੍ਰਿਡ ਪ੍ਰੋਗਰਾਮ ਦੇ ਅੰਡਰ। ਵਨ ਨੇਸ਼ਨ ਵਨ ਗੈਸ ਗ੍ਰਿਡ। ਠੀਕ ਹੈ, ਇਸ ਪ੍ਰੋਗਰਾਮ ਦੇ ਅੰਡਰ ਇਹ ਪਾਈਪਲਾਈਨ ਵਿਛ ਰਹੀ ਹੈ ਅਤੇ 450 ਕਿਲੋਮੀਟਰ ਲੰਬੀ ਹੈ ਇਹ। ਠੀਕ ਹੈ ਜੀ, ਕਰਨਾਟਕਾ 'ਚ ਜੋ ਮੈਂਗਲੁਰੂ ਹੈ ਉਹਨੂੰ ਇਹ ਕਰੂਗੀ ਕਨੈਕਟ। ਠੀਕ ਹੈ, ਅਤੇ ਇਹ ਜੋ ਪਾਈਪਲਾਈਨ ਹੈ ਵਿਛਾ ਕੌਣ ਰਿਹਾ ਹੈ? ਇਹ ਵਿਛਾ ਰਹੀ ਹੈ ਆਪਣੀ ਇੰਡੀਆ ਦੀ ਮਹਾਰਤਨ ਕੰਪਨੀ ਜਿਹਦਾ ਨਾਮ ਹੈ ਗੇਲ ਵਿਛਾ ਰਹੀ ਹੈ। ਗੈਸ ਅਥਾਰਟੀ ਆਫ ਇੰਡੀਆ ਲਿਮਟਿਡ, ਗੈਸ ਅਥਾਰਟੀ ਆਫ ਇੰਡੀਆ ਲਿਮਟਿਡ ਇਹ ਵਿਛਾ ਰਹੀ ਹੈ। ਅਤੇ ਜੋ ਗੇਲ ਹੈ ਇਹਦਾ ਚੇਅਰਮੈਨ ਕੌਣ ਹੈ? ਗੇਲ ਦਾ ਚੇਅਰਮੈਨ ਹੈ ਮਨੋਜ ਜੈਨ ਹੈ ਜੋ ਇਹ ਹੈਗੇ ਹੈ ਆਪਣੀ ਮਹਾਰਤਨ ਕੰਪਨੀ ਦੇ ਚੇਅਰਮੈਨ। ਠੀਕ ਹੈ ਜੀ। ਅੱਛਾ, ਮੈਂਗਲੁਰੂ ਦੇ ਵਿੱਚ ਹੈ ਇੰਡੀਆ ਦਾ ਫਸਟ ਕੋਸਟ ਗਾਰਡ ਅਕੈਡਮੀ, ਇੰਡੀਆ ਦੀ ਫਸਟ ਕੋਸਟ ਗਾਰਡ ਅਕੈਡਮੀ। ਇਹ ਕਿੱਥੇ ਹੈ? ਕਰਨਾਟਕਾ ਦੇ ਮੈਂਗਲੁਰੂ ਦੇ ਵਿੱਚ। ਠੀਕ ਹੈ ਜੀ, ਅਤੇ ਕਰਨਾਟਕਾ ਦੇ ਕੋਪਾਲ ਡਿਸਟ੍ਰਿਕਟ ਦੇ ਵਿੱਚ ਬਣਿਆ ਇੰਡੀਆ ਦਾ ਫਸਟ ਟੋਏ ਮੈਨੂਫੈਕਚਰਿੰਗ ਕਲਸਟਰ। ਇੰਡੀਆ ਦਾ ਫਸਟ ਟੋਏ ਮੈਨੂਫੈਕਚਰਿੰਗ ਕਲਸਟਰ ਕਿੱਥੇ ਖੁੱਲ੍ਹਿਆ ਹੈ? ਕੋਪਾਲ ਦੇ ਵਿੱਚ ਜੋ ਹੈ ਕਰਨਾਟਕਾ 'ਚ। ਠੀਕ ਹੈ, ਅਤੇ ਚੰਨਾਪਟਨਮ ਟੋਇਜ਼ ਕਰਕੇ ਵੀ ਕਰਨਾਟਕਾ ਬਹੁਤ ਜ਼ਿਆਦਾ ਮਸ਼ਹੂਰ ਹੈ। ਠੀਕ ਹੈ ਜੀ। To promote the language and culture of southern state of Tamil Nadu, which state या फिर union territory has set up a Tamil Academy। Tamil Academy ਕਿੱਥੇ ਖੁੱਲ੍ਹੀ ਹੈ? ਕਿਸ ਚੀਜ਼ ਲਈ ਹੈ ਇਹ? ਜੋ ਤਮਿਲਨਾਡੂ ਦਾ ਕਲਚਰ ਅਤੇ ਲੈਂਗੁਏਜ ਹੈ ਉਹਨਾਂ ਨੂੰ ਪ੍ਰਮੋਟ ਕਰਨ ਲਈ। ਠੀਕ ਹੈ, ਇਹ ਖੁੱਲ੍ਹੀ ਹੈ ਆਪਸ਼ਨ C ਦਿੱਲੀ ਦੇ ਵਿੱਚ ਖੁੱਲ੍ਹੀ ਹੈ ਤਮਿਲ ਅਕੈਡਮੀ। ਠੀਕ ਹੈ ਜੀ। ਅੱਛਾ, ਜੋ ਤਮਿਲਨਾਡੂ ਹੈ, ਤਮਿਲਨਾਡੂ ਨੰਬਰ 1 'ਤੇ ਹੈ ਇਨ ਟਰਮਸ ਆਫ ਔਰਗਨ ਡੋਨੇਸ਼ਨ ਦੇ ਮਾਮਲੇ ਵਿੱਚ ਜੋ ਤਮਿਲਨਾਡੂ ਹੈ ਨੰਬਰ 1 'ਤੇ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਨੰਬਰ 1 'ਤੇ ਇਹੀ ਆ ਰਿਹਾ ਹੈ। ਠੀਕ ਹੈ ਜੀ। ਅਤੇ ਤਮਿਲਨਾਡੂ ਇੱਕ ਦੋ ਚੀਜ਼ਾਂ 'ਚ ਨੰਬਰ 1 ਹੋਰ ਹੈ। ਇੱਕ ਤਾਂ ਹੈ ਫਿਸ਼ ਪ੍ਰੋਡਕਸ਼ਨ, ਸਭ ਤੋਂ ਜ਼ਿਆਦਾ ਫਿਸ਼ ਦੀ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ? ਤਮਿਲਨਾਡੂ ਵਿੱਚ। ਠੀਕ ਹੈ, ਫਿਸ਼ ਪ੍ਰੋਡਕਸ਼ਨ। ਅਤੇ ਅਗਰ ਆਪਾਂ ਗੱਲ ਕਰੀਏ ਵੀ ਫੋਰਨ ਟੂਰਿਸਟਰ, ਸਭ ਤੋਂ ਜ਼ਿਆਦਾ ਜਿਹੜੇ ਫੋਰਨ ਤੋਂ ਟੂਰਿਸਟ ਆਉਂਦੇ ਹੈ ਸਭ ਤੋਂ ਜ਼ਿਆਦਾ ਤਮਿਲਨਾਡੂ ਦੇ ਵਿੱਚ ਆਉਂਦੇ ਹੈ ਫੋਰਨ ਟੂਰਿਸਟ।
ਸੋ ਔਰਗਨ ਡੋਨੇਸ਼ਨ ਵਿੱਚ ਤਾਮਿਲਨਾਡੂ ਨੰਬਰ 1 ਤੇ ਹੈ, ਫਿਸ਼ ਪ੍ਰੋਡਕਸ਼ਨ ਵਿੱਚ ਨੰਬਰ 1 ਤੇ ਹੈ, ਤੇ ਆਹ ਜਿਹੜੇ ਫੋਰਨ ਟੂਰਿਸਟ ਬਾਹਰੋਂ ਆਉਂਦੇ ਹੈ ਨੰਬਰ 1 ਤੇ ਕੌਣ ਹੈ? ਤਾਮਿਲਨਾਡੂ। ਠੀਕ ਹੈ, ਸਭ ਤੋਂ ਜ਼ਿਆਦਾ ਤਾਮਿਲਨਾਡੂ ਵਿੱਚ ਆਉਂਦੇ ਹੈ। अपना नेक्स्ट क्वेश्चन है फ्लाई बिग इज़ द न्यूएस्ट एयरलाइन ऑफ विच ऑफ द फॉलोइंग कंट्रीज। एक नई एयरलाइन खुली है जिसका नाम है फ्लाई बिग। ठीक है, तो यह किहड़ी कंट्री की एयरलाइन है? ये है अपने इंडिया की एयरलाइन। फ्लाई बिग है अपने इंडिया की एयरलाइन। ठीक है, मेन चीज़ है भी इन्हां दी पहली फ्लाइट कित्थों दी कित्थे गई? पहली फ्लाइट गई है इंदौर तो अहमदाबाद। इंदौर जो मध्य प्रदेश ਦੇ ਵਿੱਚ ਹੈ ਤੇ अहमदाबाद जो गुजरात 'ਚ है। ठीक है, इंदौर तो लैके अहमदाबाद तक गई इन्हां दी पहली फ्लाइट। ਤੇ जो फ्लाई बिग है ਇਹਦਾ फाउंडर कौन है? फ्लाई बिग ਦਾ फाउंडर है संजय मांडविया। संजय मांडविया। संजय मांडविया है ਇਹਦਾ फ्लाई बिग का फाउंडर। ठीक है जी। अच्छा, एक एयरलाइन का नाम सुनिया होगा जो है स्पाइस जेट। स्पाइस जेट जिदे चेयरमैन है अजय सिंह। ठीक है, स्पाइस जेट के चेयरमैन है अजय सिंह। इस स्पाइस जेट इंपॉर्टेंट क्यों है? क्योंकि रिसेंटली इन्होंने अपनी सर्विसेज शुरू की हैं। कादियाँ? कार्गो सर्विसेज शुरू की हैं, मतलब कि फ्रेट सर्विसेज शुरू की हैं लेह तक। ठीक है, लेह जो लद्दाख च है उत्थे तक इन्होंने अपनियां कार्गो सर्विसेज शुरू की हैं। ठीक है, मतलब कि किसी भी स्टेट चों समान लद के ये बाय एयर लेह तक छड्ड के आया करनगे। अज तक ये फैसिलिटी सीगी नहीं, तो हुण ये शुरू की है स्पाइस जेट ने। Which state government has decided to give a cash award of 2.5 लाख रुपए to a normal person for marrying a person with disability? केड़ी अपनी स्टेट है जो 2.5 लाख रुपए का कैश अवार्ड दिया करूगी उस परसन नू जो आप तो नॉर्मल है लेकिन अगर वो मैरिज करता है विद डिसेबल्ड परसन? ठीक है, अगर एक नॉर्मल बंदा डिसेबल्ड परसन नाल मैरिज करता है तो उस नॉर्मल बंदे नू मिलूगा 2.5 लाख रुपया कैश प्राइज़। कि यह जी स्कीम है एक किहड़ी स्टेट गवर्नमेंट ने चलाई है? ये चलाई है ओडिशा की स्टेट गवर्नमेंट ने। ऑप्शन सी, ओडिशा की स्टेट गवर्नमेंट ने यह स्कीम चलाई है। ठीक है, जो ओडिशा है यह एक इन्हां दा एक अवार्ड है जिसका नाम है सूर्य अवार्ड। सूर्य अवार्ड। तो यह सूर्य अवार्ड मिलता क्यों है? ऑर्गन डोनेशन लई। ऑर्गन डोनेशन, ऑर्गन डोनेशन लई मिलता है सूर्य अवार्ड जो शुरू किया है आंध्र प्रदेश ने। ठीक है, तो हुणे आपां देख के आए हैं भी तमिलनाडु जो है यह ऑर्गन डोनेशन के मामले च नंबर 1 ते है। ठीक है जी। विच 2 COVID-19 वैक्सीन्स वर अप्रूव्ड बाय ड्रग कंट्रोलर जनरल ऑफ इंडिया अप्रूव्ड द एमरजेंसी यूज़? मतलब कि किहड़ियां 2 वैक्सीन्स नू ड्रग कंट्रोलर जनरल तो अप्रूवल मिल चुकी है भी एमरजेंसीज यूज कीतियां जा सकती हैं। ठीक है जी। सो इसका आंसर है ऑप्शन ए, एक तो कोविशील्ड ते कोवैक्सीन। कोवैक्सीन ते कोविशील्ड इन्हों जो ड्रग कंट्रोलर जनरल है इत्थों की सर्टिफिकेशन मिल चुकी है। ठीक है जी। जो कोवैक्सीन है यदि इंडिया दे विच प्रोडक्शन शुरू हो चुकी है तो भारत बायोटेक कर रही है प्रोडक्शन कोवैक्सीन की। भारत बायोटेक। ठीक है, तो कोविशील्ड की प्रोडक्शन कर रही है सीरम इंस्टीट्यूट ऑफ इंडिया। सीरम इंस्टीट्यूट ऑफ इंडिया जो कित्थे है? पुणे च है। तो भारत बायोटेक है हैदराबाद दे विच। ठीक है जी, हैदराबाद दे विच भारत बायोटेक जो कोवैक्सीन की प्रोडक्शन कर रही है, तो सीरम इंस्टीट्यूट ऑफ इंडिया है पुणे दे विच जो कोविशील्ड की प्रोडक्शन कर रही है। ठीक है जी। विच स्टेट हैज़ साइंड अ कॉन्ट्रैक्ट टू सैट अप कंट्रीज फर्स्ट इथेनॉल प्लांट? इथेनॉल प्लांट अंडर PPP मॉडल। PPP मतलब पब्लिक प्राइवेट पार्टनरशिप। पब्लिक प्राइवेट पार्टनरशिप मतलब कि कुछ पैसा सरकार लाऊगी, कुछ प्राइवेट पार्टीज लगाणगियां पैसा, तो वह कंट्री का फर्स्ट एथनॉल प्लांट लगा रहा है। यह लगूगा कित्थे? सो फर्स्ट
PPP मॉडल ਤੇ ਐਥਨੋਲ ਪਲਾਂਟ ਲੱਗੂਗਾ ਛੱਤੀਸਗੜ੍ਹ ਦੇ ਵਿੱਚ। ਠੀਕ ਹੈ ਜੀ, ਇਹ ਲੱਗੂਗਾ ਛੱਤੀਸਗੜ੍ਹ ਦੇ ਵਿੱਚ। ਅੱਛਾ, ਛੱਤੀਸਗੜ੍ਹ ਦੇ ਵਿੱਚ ਇੱਕ ਪ੍ਰੋਜੈਕਟ ਹੋ ਰਿਹਾ ਹੈ ਜਿਹਦਾ ਨਾਮ ਹੈ ਪ੍ਰੋਜੈਕਟ ਚਿਰਾਗ। ਪ੍ਰੋਜੈਕਟ ਚਿਰਾਗ ਜਿਹਨੂੰ ਫੰਡ ਕੀਤਾ ਹੈ ਵਰਲਡ ਬੈਂਕ ਨੇ। ਠੀਕ ਹੈ, ਚਿਰਾਗ ਪ੍ਰੋਜੈਕਟ ਲਈ ਜੋ ਛੱਤੀਸਗੜ੍ਹ ਦੇ ਵਿੱਚ ਲੱਗ ਰਿਹਾ ਹੈ, ਵਰਲਡ ਬੈਂਕ ਨੇ ਦਿੱਤਾ ਹੈ $100 ਮਿਲੀਅਨ ਦਾ ਲੋਨ। $100 ਮਿਲੀਅਨ ਦਾ ਲੋਨ ਦਿੱਤਾ ਛੱਤੀਸਗੜ੍ਹ ਨੂੰ ਫॉर ਦੀ ਪ੍ਰੋਜੈਕਟ ਚਿਰਾਗ। ਠੀਕ ਹੈ ਜੀ। Which state has launched a mobile application DG Nest to give people digital access to the state's government directory? मतलब कि DG Nest एक मोबाइल एप्लीकेशन है। ये किहड़ी स्टेट ने शुरू की है? ये शुरू की है जी अपनी पंजाब ने। DG Nest पंजाब ने शुरू की है। अच्छा, एक इन्होंने ऐप होर नई लॉन्च की सी जिसका नाम है PR Insight। ठीक है, PR Insight भी शुरू की है पंजाब ने। अच्छा, पंजाब के अपने चीफ मिनिस्टर ने कैप्टन अमरिंदर सिंह ते इन्होंने एक कोरोना फतेह किट रिलीज़ की सी। कोरोना फतेह किट। ठीक है, इस कोरोना फतेह किट दे विच की सीगा 18 असैंशियल गुड्स सीगियां जिहदे विच सीगा जिवें कोई ऑक्सीमीटर है, थर्मोमीटर है, डिजिटल थर्मामीटर सीगा। ठीक है, ये कुछ मैडिसन सीगियां इंपॉर्टेंट, तो एक अपना जो काढ़ा चलाया सी। ठीक है, काढ़ा सीगा, कुछ बुक्स सीगियां भी अगर कोई बंदा आइसोलेट होया है, मतलब आइसोलेटिड बंदियां नूं ही मिलदियां सी, जिहड़े बंदे अलग अलग हॉस्पिटल्स या फिर होटल्स दे विच आइसोलेट किए गए ने, उन्हां वास्ते ये कोरोना फतेह किट्स चलाइयां सी अपने पंजाब दे कैप्टन अमरिंदर सिंह जी ने। ठीक है, तो ਉਹਦੇ ਵਿੱਚ ਇਹ ਸਾਰੇ ਗੁੱਡਸ ਹੁੰਦੀਆਂ ਸੀ। ਠੀਕ ਹੈ, ਅਤੇ ਹੁਣ ਜੋ ਪੰਜਾਬ ਸਰਕਾਰ ਹੈ ਇਹ 2500 ਕ੍ਰਿਕਟ ਕਿਟਸ ਦੇਣਗੀਆਂ ਆਪਣੇ ਪੰਜਾਬ ਦੇ ਯੂਥ ਨੂੰ। ਪੰਜਾਬ ਦੇ ਯੂਥ ਨੂੰ ਮਿਲਣਗੀਆਂ 2500 ਕ੍ਰਿਕਟ ਕਿਟਸ। ਕੌਣ ਦਊਗਾ? ਆਪਣੀ ਪੰਜਾਬ ਸਰਕਾਰ ਦਊਗੀ। ਠੀਕ ਹੈ ਜੀ। ਪੰਜਾਬ ਦਾ ਜੋ ਬਿਜਲੀ ਵਿਭਾਗ ਹੈ PSPCL, ਜਿਹਦੇ ਪੇਪਰ ਵੀ ਆਉਂਦੇ, ਆਪਾਂ ਪੇਪਰਾਂ ਦੀ ਤਿਆਰੀ ਵੀ ਕਰਦੇ ਹਾਂ PSPCL ਦੇ। ਠੀਕ ਹੈ ਨਾ। ਸੋ PSPCL ਨੇ ਇੱਕ मतलब योजना चलाई है जिसका नाम है किफ़ायती LED बल्ब योजना। किफ़ायती LED बल्ब योजना। ये की होएगा, अगर थोड़े मतलब घर का मीटर है जो उसका लोड 1 किलोवाट तो घट है, 1 किलोवाट तो घट है, तो थोनू 2 LED मिलणगियां 15 रुपए 30 रुपए थोनू मिलणगियां 2 LED। तो अगर सेम कंडीशन थोड़े घर का जो मीटर है उसका जो लोड है 1 किलोवाट तो घट है, तो पहले 200 यूनिट एक महीने के 200 यूनिट थोनू माफ़ कर दिते जाएंगे बिजली के। ठीक है जी। सारिया चीज़ां पंजाब दियां तुसीं रखनियां याद। विच स्टेट हैज़ लॉन्च्ड किसान फसल राहत योजना। किसान फसल राहत योजना किने शुरू की है? यह शुरू की है अपनी झारखंड की सरकार ने। ऑप्शन बी, झारखंड की सरकार ने। असल च है कि यह क्रॉप इंश्योरेंस स्कीम है। यह है क्रॉप इंश्योरेंस स्कीम। ठीक है, इन केस अगर जो किसान है उसकी फसल खराब हो जाती है तो इंश्योरेंस के तहत उन्होंने पैसे मिल जाएंगे। तो यह शुरू की है झारखंड की सरकार ने। ठीक है। अच्छा, जो झारखंड है यह अपना जो फॉर्मेशन डे होंदा है, फॉर्मेशन डे ऑब्जर्व करता है 15 नवंबर नूं। 15 नवंबर नूं यह ऑब्जर्व करता है अपना फॉर्मेशन डे। फॉर्मेशन डे 15 नवंबर नूं ही क्यों? क्योंकि इसी दिन होंदा है इन्हां दे एक ट्राइबल मिनिस्टर दा बर्थडे। ठीक है, जिसका नाम है बिरसा मुंडा। बिरसा मुंडा का होंदा है बर्थडे 15 नवंबर नूं, ते 15 नवंबर नूं ही ये ऑब्जर्व करते अपना फॉर्मेशन डे। Soma Mondal has taken over as the chairman of which organisation with effect from 1 जनवरी 2021। 2021 ਦੇ ਪਹਿਲੇ ਦਿਨ ਤੋਂ ਹੀ ਸੋਮਾ ਮੰਡਲ ਕਿਹੜੀ ਆਰਗੇਨਾਈਜੇਸ਼ਨ ਦੀ ਚੇਅਰਮੈਨ ਬਣ ਗਈ ਸੀ। ਹੁਣ ਤੁਸੀਂ ਦੇਖ ਸਕਦੇ ਹੋ ਨੀਚੇ ਕੋਈ ਵੀ ਆਰਗੇਨਾਈਜੇਸ਼ਨ ਐਜੀ ਹੈ ਨਹੀਂ ਆਪਸ਼ਨਾਂ 'ਚ ਜੋ ਛੋਟੀ ਮੋਟੀ ਹੋਵੇ। ਸੋ ਸੋਮਾ ਮੰਡਲ ਚੇਅਰਮੈਨ ਬਣੀ ਹੈ ਸੇਲ ਦੀ, ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ। अपनी एक महारत्न कंपनी स्टील अथॉरिटी ऑफ इंडिया लिमिटेड। ठीक है जी। तो सोमा मोंडल पहली फीमेल चेयरमैन बनी है सेल दी, पहली फीमेल चेयरमैन बनी है। ठीक है, यह पहली वुमेन है जो चेयरमैन बनी है सेल दी। ठीक है जी। अच्छा,
एक जो अपने अपना ईस्टर्न इंडिया है, अपना जो ईस्ट इंडिया है, इनू एक स्टील हब बनाने की तैयारी चल रही है। ठीक है, स्टील हब बनाने की तैयारी चल रही है तो ये वास्ते एक मिशन चलाया गया जिसका नाम है मिशन पूर्वोदय। मिशन पूर्वोदय, ठीक है, मिशन पूर्वोदय के तहत ईस्टर्न इंडिया में बनाया जाऊगा स्टील हब। तो अपने इंडिया के स्टील मिनिस्टर कौन है? ये है ने धर्मेंद्र प्रधान। धर्मेंद्र प्रधान है अपने इंडिया के स्टील मिनिस्टर। अच्छा, जो मिशन पूर्वोदय है ये एक पार्टनर कंट्री भी है। जो पार्टनर कंट्री है उसका नाम है जापान। ठीक है जी, जापान मिशन पूर्वोदय दे विच हैगी अपनी पार्टनर कंट्री। ADB यानी कि एशियन डेवलपमेंट बैंक एंड इंडिया हैव साइंड अ $10 million लोन एग्रीमेंट टू एक्सपैंड हॉर्टिकल्चर प्रोडक्शन इन विच स्टेट। हॉर्टिकल्चर की होंदा है? हॉर्टिकल्चर मतलब आप जो फ्रूट्स वैजीटेबल्स ते अपना फ्लावर्स की प्रोडक्शन करते हैं उन्होंने आप हॉर्टिकल्चर कहते हैं। ठीक है, तो एशियन डेवलपमेंट बैंक ने साइन किया है $10 million का लोन एग्रीमेंट किहड़ी स्टेट के नाल? हिमाचल प्रदेश के नाल। ऑप्शन बी हिमाचल प्रदेश, जिहदी कैपिटल है शिमला, तो यदी एक सैकेंड कैपिटल भी है जिन्हों आप कहने हैं धर्मशाला। ठीक है, इत्थे जो स्टेट एनीमल है, स्टेट एनीमल है इन्हां दा स्नो लैपर्ड। स्नो लैपर्ड है हिमाचल प्रदेश का स्टेट एनीमल। तो एक स्नो लैपर्ड कंजरवेशन रिजर्व बनाया गया है, इंडिया का फर्स्ट स्नो लैपर्ड कंजरवेशन रिजर्व। ये कित्थे बनया है? ये बनया है उत्तरकाशी दे विच जो है उत्तराखंड च। उत्तराखंड दे विच बनया है जो स्नो लैपर्ड कंजरवेशन रिजर्व है उत्तराखंड च। गांव कित्थे बनया? उत्तरकाशी दे विच। ठीक है जी। जयराम ठाकुर इत्थों के चीफ मिनिस्टर ने ते बदारू दत्तात्रेय इत्थों के गवर्नर ने। ठीक है जी। इंडिया एंड एशियन डेवलपमेंट बैंक हैव साइंड अ $231 million का लोन। एक होर लोन आ गया जो है $231 million का, तो यह इलैक्ट्रिसिटी जनरेशन ਲਈ लोन मिले है। तो यह किहड़ी स्टेट नूं मिले है? यह मिले है असम नूं। असम नूं मिले है एशियन डेवलपमेंट बैंक तो $231 million का लोन। ये मिले क्यों है? जो इलैक्ट्रिसिटी जनरेशन ਲਈ मिले है। तो होगी किवें ये? इत्थे एक लगन जा रहा है हाइड्रो इलैक्ट्रिक प्रोजैक्ट जिसका नाम है लोअर कोपीली हाइड्रो इलैक्ट्रिक प्रोजैक्ट। लोअर कोपीली हाइड्रो इलैक्ट्रिक प्रोजैक्ट। हाइड्रो इलैक्ट्रिक प्रोजैक्ट। ठीक है, ये जो कोपीली है ये है मतलब एक नदी है, उसका नाम है। ठीक है जी। सो लोअर कोपीली हाइड्रो इलैक्ट्रिक प्रोजैक्ट ਲਈ असम ਨੂੰ ਮਿਲ ਰਿਹਾ है $231 million का लोन एशियन डेवलपमेंट बैंक वालों। जो एशियन डेवलपमेंट बैंक है ये हैडकुआटर्स है ने फिलीपीनस ਦੇ ਵਿੱਚ। ठीक है जी, फिलीपीनस ਦੇ ਵਿੱਚ है ये हैडकुआटर्स। तो असम का स्टेट एनीमल कौन है? असम का स्टेट एनीमल है इंडियन राइनोसोरस। तो असम ਦੇ ਵਿੱਚ एक नैशनल पार्क है जिसका नाम है काजीरंगा नैशनल पार्क। काजीरंगा नैशनल पार्क। ठीक है, तो काजीरंगा नैशनल पार्क ਦੇ ਵਿੱਚ पाए जाते हैं वन हॉर्नड राइनोसोरस। वन हॉर्नड राइनोसोरस पाए जाते हैं काजीरंगा नैशनल पार्क ਦੇ ਵਿੱਚ। Who has been appointed as the new chairman and CEO of रेलवे बोर्ड? बहुत ज़्यादा इंपॉर्टेंट क्वेश्चन बई। जो रेलवे बोर्ड है ਉਹਦਾ CEO ਤੇ चेयरमैन की पदवी हुण किने सांभी है? पहला कौन सी? पहला सीगे VK यादव। विनोद कुमार यादव सीगे जो रेलवे बोर्ड के फर्स्ट CEO। फर्स्ट एवर CEO कौन सीगे? विनोद कुमार यादव। तो हुण इन्हां नूं विनोद कुमार यादव नूं रिप्लेस करके आ गए ने सुनीत शर्मा। सुनीत शर्मा ने रिप्लेस करता VK यादव नूं ते ओह हुण चेयरमैन ते CEO है रेलवे बोर्ड दे। Which state has introduced a campaign called एक ज़िला एक शिल्प? एक ज़िला एक शिल्प यह जो इनिशिएटिव है शुरू किया है मध्य प्रदेश ने। ऑप्शन बी मध्य प्रदेश ने। एक जिला मतलब होंदा है डिस्ट्रिक्ट, तो शिल्प मतलब होंदा है हैंडीक्राफ्ट। ठीक है, एक ज़िला एक शिल्प शुरू किया है मध्य प्रदेश ने। अच्छा, ये नाल ही मिलता जुलता एक नाम की एक होर स्कीम है जो शुरू की है उत्तर प्रदेश ने। उसका नाम है वन डिस्ट्रिक्ट वन प्रोडक्ट।
वन डिस्ट्रिक्ट वन प्रोडक्ट नाम की जो स्कीम है ये शुरू की है उत्तर प्रदेश ने, ठीक है। सो दोनों च कन्फ्यूज नहीं होना। Businesses with monthly turnover of how much amount will have to mandatorily pay at least 1% of their GST liability in cash। मतलब कि अगर कोई बिजनेस ਦੀ ਮੰਥਲੀ ਟਰਨਓਵਰ ਕਿੰਨੀ ਹੋਵੇ ਤਾਂ ਜੋ ਉਹਨੂੰ ਮਤਲਬ ਮੈਂਡੇਟਰੀਲੀ 1% ਆਪਣਾ GST ਕੈਸ਼ 'ਚ ਭਰਨਾ ਪਵੇ, ਠੀਕ ਹੈ। ਅਗਰ ਕਿਸੇ ਬਿਜ਼ਨਸ ਦੀ ਜੋ ਮੰਥਲੀ ਟਰਨਓਵਰ ਹੈ ਉਹ 50 ਲੱਖ ਤੋਂ ਵੱਧ ਹੈ ਤਾਂ ਉਸ ਬਿਜ਼ਨਸ ਨੂੰ ਆਪਣਾ GST ਦੀ ਲਾਇਬਿਲਿਟੀ ਹੈ ਜੋ ਉਹਦਾ 1% ਕੈਸ਼ 'ਚ ਭਰਨਾ ਹੀ ਭਰਨਾ ਪਏਗਾ, ਠੀਕ ਹੈ। GST ਆਉਂਦੀ ਹੈ CBIC ਦੇ ਅੰਡਰ, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ, ਠੀਕ ਹੈ ਜੀ, ਜਿਹਦੇ ਚੇਅਰਮੈਨ ਹੈਗੇ ਨੇ M ਅਜੀਤ ਕੁਮਾਰ, M ਅਜੀਤ ਕੁਮਾਰ, ਠੀਕ ਹੈ ਜੀ। The Union Cabinet has approved the export of which indigenously developed and manufactured missile। मतलब अपने यूनियन कैबिनेट ने किनू ਕਿਹੜੀ ਮਿਸਾइल ਆਪਾਂ एक्सपोर्ट कर रहे हैं, ठीक है। ਜਿਹੜੀ ਆਪਾਂ एक्सपोर्ट कर रहे हैं ਉਹਦਾ ਨਾਮ ਹੈ ਆਕਾਸ਼। ਆਕਾਸ਼ ਇੱਕ ਮਿਸਾइल ਹੈ ਜਿਹਨੂੰ ਆਪਾਂ एक्सपोर्ट कर रहे हैं, ठीक है। ਹੁਣ ਜਿਵੇਂ ਆਪਣਾ ਪਹਿਲਾਂ ਹੀ एक्सपोर्ट ਦਾ ਟਾਰਗੇਟ ਹੈ ਵੀ डिफेंस एक्सपोर्ट ਆਪਣੇ ਕਿੰਨੇ ਹੋਣਗੇ, ਆਪਣੇ डिफेंस ਦੇ ਜੋ एक्सपोर्ट ਹੈ ਉਹਦਾ ਆਪਣਾ ਟਾਰਗੇਟ ਹੈ $5 ਬਿਲੀਅਨ ਦਾ, ਤੇ ਇਹ ਬਿਨਾ ਮਿਸਾइल ਦੀ एक्सपोर्ट ਤੋਂ ਪੋਸੀਬਲ ਹੈ ਨਹੀਂ। ਸੋ ਆਪਾਂ ਆਕਾਸ਼ ਜੋ ਮਿਸਾइल ਹੈ ਇਹ एक्सपोर्ट ਕਰਾਂਗੇ, ਠੀਕ ਹੈ। ਇਹ ਇੱਕ ਸਰਫੇਸ ਟੂ 에ਅਰ ਮਿਸਾइल ਹੈ, ਸਰਫੇਸ ਟੂ 에ਅਰ ਮਿਸਾइल ਹੈ ਇਹ, ਤੇ ਇਹਦੀ ਰੇਂਜ ਹੈ 25 ਕਿਲੋਮੀਟਰ, ਠੀਕ ਹੈ। ਰੇਂਜ ਘੱਟ ਹੀ ਹੈ ਇਹਦੀ, ਸਰਫੇਸ ਟੂ 에ਅਰ ਮਿਸਾइल ਹੈ, ਠੀਕ ਹੈ ਜੀ। The Union Cabinet has approved an MOU between India and which country on cooperation in the peaceful uses of outer space। ਆਪਣੇ ਇੰਡੀਆ ਦੇ ਕੈਬਨਿਟ ਨੇ ਕਿਹੜੇ ਦੇਸ਼ ਦੇ ਨਾਲ ਮਤਲਬ ਇੱਕ MOU ਸਾਈਨ ਕੀਤਾ ਹੈ ਬਈ ਕਿਸ ਚੀਜ਼ ਬਾਰੇ, ਇਹ ਜੋ ਆਊਟਰ ਸਪੇਸ ਹੈ ਉੱਥੇ ਪੀਸ ਬਣਾ ਕੇ ਰੱਖਣਾ। ਮਤਲਬ ਕਹਿੰਦੇ ਬਾਹਰ ਜਾ ਕੇ ਜੋ ਸਪੇਸ ਉੱਥੇ ਗੰਦ ਨਹੀਂ ਪਾਉਣਾ, ਆਪਾਂ ਪੀਸਫੁਲੀ ਕੰਮ ਕਰਾਂਗੇ, ਤੇ ਇਹ ਆਪਾਂ MOU ਸਾਈਨ ਕੀਤਾ ਹੈ ਭੂਟਾਨ ਦੇ ਨਾਲ, ਠੀਕ ਹੈ। ਇੰਡੀਆ ਨੇ ਭੂਟਾਨ ਦੇ ਨਾਲ ਇਹ MOU ਸਾਈਨ ਕੀਤਾ ਵੀ ਆਊਟਰ ਸਪੇਸ 'ਚ ਪੀਸਫੁਲੀ ਰਹਾਂਗੇ, ਠੀਕ ਹੈ ਨਾ, ਗੰਦ ਨਹੀਂ ਪਾਉਣਾ। ਦ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰ ਚੇਅਰਡ ਬਾਏ ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਜ਼ ਅਪਰੂਵਡ ਕੰਸਟਰਕਸ਼ਨ ਆਫ ਇੰਡਸਟਰੀਅਲ ਕੋਰੀਡੋਰ ਨੋਡਸ ਇਨ ਵਿਚ 2 states। ਆ ਜਿਹੜਾ ਇੰਡਸਟਰੀਅਲ ਕੋਰੀਡੋਰ ਨੋਡਸ ਹੈ ਇਹ ਕਿਹੜੀ 2 states ਦੇ ਵਿੱਚ ਬਣ ਰਿਹਾ ਹੈ। ਇਹ ਇੱਕ ਤਾਂ ਪਹਿਲਾਂ ਬਣ ਰਿਹਾ ਹੈ ਕ੍ਰਿਸ਼ਨਾਪਟਨਮ 'ਚ, ਕ੍ਰਿਸ਼ਨਾਪਟਨਮ ਜੋ ਹੈ ਆਂਧਰਾ ਪ੍ਰਦੇਸ਼ ਦੇ ਵਿੱਚ, ਤੇ ਇਹ ਜਾਊਗਾ ਤੁਮਾਕੁਰੂ ਤੱਕ। ਤੁਮਾਕੁਰੂ ਕਿੱਥੇ ਹੈ? ਇਹ ਹੈ ਕਰਨਾਟਕਾ ਦੇ ਵਿੱਚ। ਸੋ ਆਪਣਾ ਆਨਸਰ ਆ ਗਿਆ ਆਪਸ਼ਨ ਨੰਬਰ C, ਠੀਕ ਹੈ, ਆਂਧਰਾ ਪ੍ਰਦੇਸ਼ ਐਂਡ ਕਰਨਾਟਕਾ। External Affairs Ministry has launched which portal to connect with nearly 3.12 crore strong इंडियन डायस्पोरा अक्रॉस द वर्ल्ड। इंडियन डायस्पोरा मतलब जो अपने इंडियन बंदे ने पर बाहर जाके रह रहे ने, मतलब अपने NRI बंदे, ठीक है ना। सो NRI नाल अपना जो एक्सटर्नल अफेयर मिनिस्ट्री है उन्होंने एक कनैक्शन बनाने लई एक पोर्टल शुरू किया है। वो पोर्टल का नाम है ग्लोबल प्रवासी रिश्ता, ऑप्शन A ग्लोबल प्रवासी रिश्ता, ठीक है जी। तो ये अपने एक्सटर्नल अफेयर मिनिस्टर कौन है? S जयशंकर। S जयशंकर है अपने एक्सटर्नल अफेयर मिनिस्टर, ते ग्लोबल प्रवासी रिश्ता एक्सटर्नल अफेयर मिनिस्ट्री ने शुरू किया है, ग्लोबल प्रवासी रिश्ता। अच्छा, एक भारतीय प्रवासी दिवस हुंदा है, अगर तुसीं सुनिया होए तां हुंदा है भारतीय प्रवासी दिवस, ठीक है। तो ये जो भारतीय प्रवासी दिवस है ये इंडिया में ऑबजर्व किया जाता है 9 जनवरी को, क्योंकि इनू आपां NRI डे भी कहने हैं, NRI डे 9 जनवरी को ही क्यों ऑबजर्व किया जाता है? क्योंकि अगर तुसी मॉडर्न हिस्टरी पढ़ी है तो 9 जनवरी 1915 ਨੂੰ महात्मा गांधी आए सी साउथ अफ्रीका तो इंडिया दे विच, ठीक है। तो उसी चीज़ को याद करने लई आपां भारतीय प्रवासी दिवस या फिर NRI डे ऑबजर्व करते हैं 9 जनवरी को, ठीक है जी। इंडियन फ्रेंच राफेल फाइटर जेट विल कैरी आउट वॉर गेम्स कोडनेम्ड एक्सरसाइज कायरोस इन विच सिटी
इन जनवरी 2021 ਦੇ ਵਿੱਚ ਜਨਵਰੀ 'ਚ ਜੋ ਇੰਡੀਆ ਹੈ ਤੇ ਇੰਡੀਆ ਮਤਲਬ ਰਫੇਲ ਚਲਾਉਣਾ ਸਿੱਖੂਗਾ ਕਿਤੋਂ ਫਰਾਂਸ ਤੋਂ। ਵੈਸੇ ਵੀ ਆਪਾਂ ਰਫੇਲ ਫਰਾਂਸ ਤੋਂ ਹੀ ਖਰੀਦ ਰਹੇ ਹਾਂ, ਸੋ ਉਹ ਦੱਸਣਗੇ ਅਲੱਗ-ਅਲੱਗ ਫੀਚਰਸ ਅਤੇ ਆਪਾਂ ਮਤਲਬ ਇੱਕ ਉਹਨਾਂ ਨਾਲ ਐਕਸਰਸਾਈਜ਼ ਵਾਂਗੂ ਹੀ ਕਰ ਰਹੇ ਹਾਂ। ਠੀਕ ਹੈ, ਐਕਸਰਸਾਈਜ਼ ਸਕਾਈਰੋਸ ਇਹ ਹੋਊਗੀ ਕਿੱਥੇ? ਇਹ ਹੋਊਗੀ ਜੋਧਪੁਰ ਦੇ ਵਿੱਚ। ਆਪਸ਼ਨ ਏ ਜੋਧਪੁਰ ਜੋ ਹੈ ਰਾਜਸਥਾਨ ਦੇ ਵਿੱਚ। ਠੀਕ ਹੈ ਜੀ। ਅੱਛਾ, ਆਪਾਂ ਰਫੇਲ ਖਰੀਦ ਰਹੇ ਹਾਂ ਕਿਹਨਾਂ ਤੋਂ? ਫਰਾਂਸ ਤੋਂ। ਠੀਕ ਹੈ, ਅਤੇ ਫਰਾਂਸ ਦੀ ਇੱਕ ਕੰਪਨੀ ਹੈ ਜਿਹਦਾ ਨਾਮ ਹੈ ਡਸੋਲਟ ਐਵੀਏਸ਼ਨ। ਡਸੋਲਟ ਐਵੀਏਸ਼ਨ ਇਹ ਜੋ ਕੰਪਨੀ ਹੈ ਇਹ ਰਹੀ ਹੈ ਰਫੇਲ ਨੂੰ ਬਣਾ। ਠੀਕ ਹੈ, ਰਫੇਲ ਨੂੰ ਬਣਾ ਰਹੀ ਹੈ ਡਸੋਲਟ ਐਵੀਏਸ਼ਨ ਨਾਮ ਦੀ ਕੰਪਨੀ ਜੋ ਫਰਾਂਸ ਦੀ ਹੈ। ਠੀਕ ਹੈ, ਪਹਿਲਾ ਬੈਚ ਆਇਆ ਸੀ ਅੰਬਾਲਾ ਦੇ ਵਿੱਚ ਜਿਹਦੇ ਵਿੱਚ 5 ਏਅਰਕ੍ਰਾਫਟ ਆਏ ਹੈ, ਅਤੇ ਦੂਸਰਾ ਬੈਚ ਆਇਆ ਜਾਮਨਗਰ ਦੇ ਵਿੱਚ ਜਿਹਦੇ ਵਿੱਚ 3 ਏਅਰਕ੍ਰਾਫਟ ਆਏ ਹੈ, ਅਤੇ ਹਾਲੇ ਤੱਕ ਇੰਡੀਆ ਰਿਸੀਵ ਕਰ ਚੁੱਕਿਆ ਹੈ 8 ਏਅਰਕ੍ਰਾਫਟ ਰਿਸੀਵ ਕਰ ਚੁੱਕਿਆ ਹੈ ਇੰਡੀਆ। ਠੀਕ ਹੈ ਜੀ। अच्छा, वाराणसी की कुड़ी है शिवांगी सिंह जो फर्स्ट वूमेन है जिन्हें रफेल उड़ाए है। ठीक है, रफेल उड़ान वाली पहली वूमन का नाम है शिवांगी सिंह जो वाराणसी तो बिलोंग करती है। ठीक है, ये भी याद रखना है। द न्यू विस्टाडोम टूरिस्ट कोच ऑफ इंडियन रेलवे हैज़ बीन मैन्युफैक्चर्ड बाय विच फैक्ट्री? विस्टाडोम कोचेज केड़ी ਜਿਹੜੀ ਇੰਡੀਅਨ ਰੇਲਵੇਜ਼ ਵਿੱਚ ਹੁਣ ਯੂਜ਼ ਹੋਣ ਲੱਗ ਗਏ, ਇਹ ਮੈਨੂਫੈਕਚਰ ਕੀਤੇ ਹੈ ਕਿਹੜੀ ਫੈਕਟਰੀ ਨੇ? ਪਹਿਲਾਂ ਮੈਂ ਇਹਦਾ ਆਨਸਰ ਦੱਸ ਦਿੰਦਾ। ਇਹ ਹੈਗਾ ਇੰਟੀਗਰਲ ਕੋਚ ਫੈਕਟਰੀ ਆਫ ਚੇਨਈ। ਇੰਟੀਗਰਲ ਕੋਚ ਫੈਕਟਰੀ ਆਫ ਚੇਨਈ। ਅਤੇ ਆ ਤੁਸੀਂ ਦੇਖ ਸਕਦੇ ਹੋ ਵਿਸਟਾਡੋਮ ਕੋਚਿਸ ਕੁਛ ਇਹੋ ਜਿਹੇ ਦਿਖਦੇ ਨੇ, ਬਹੁਤ ਸ਼ਾਨਦਾਰ ਟ੍ਰੇਨਾਂ ਨੇ। ਤੁਸੀਂ ਸੀਟਾਂ ਦੇਖੋ ਕਿੰਨੀ ਕੰਫਰਟੇਬਲ ਹੈ, ਅਤੇ ਵਿਸਟਾਡੋਮ ਕੋਚਿਸ 'ਚ ਇੱਕ ਫੀਚਰ ਬਹੁਤ ਹੀ ਘੈਂਟ ਹੈ। ਜਿਵੇਂ ਕਿ ਹੁਣ ਆਪਾਂ ਨੋਰਮਲ ਟ੍ਰੇਨ 'ਚ ਜਾਂਦੇ ਹਾਂ ਤਾਂ ਸਿਰਫ 2 ਆਪਣੇ ਕੋਲ ਖਿੜਕੀਆਂ ਹੁੰਦੀਆਂ ਬਾਹਰ ਦੇਖਣ ਨੂੰ। ਠੀਕ ਹੈ, ਲੇਕਿਨ ਇਹਦੇ ਵਿੱਚ ਤੁਸੀਂ ਵਿਊ ਦੇਖੋ ਕਿੰਨਾ ਜ਼ਿਆਦਾ ਵਾਈਡ ਹੈ। ਠੀਕ ਹੈ ਨਾ, ਖਿੜਕੀਆਂ ਦੇਖੋ ਪੂਰੀਆਂ ਇੰਨੀਆਂ ਵੱਡੀਆਂ ਵੱਡੀਆਂ ਖਿੜਕੀਆਂ, ਈਵਨ ਕਿ ਛੱਤ 'ਤੇ ਵੀ ਖਿੜਕੀਆਂ ਹੈ। ਆਹ ਦੇਖੋ ਛੱਤ 'ਤੇ ਵੀ ਖਿੜਕੀਆਂ ਹੈ। ਠੀਕ ਹੈ ਨਾ, ਸੋ ਦੈਟ ਤੁਸੀਂ ਅਗਰ ਰਾਤ ਦਾ ਟਾਈਮ ਹੈ ਤਾਂ ਤੁਸੀਂ ਉੱਪਰ ਆਸਮਾਨ ਕਰਨੀ ਦੇਖ ਕੇ ਸੀਨ ਨੂੰ ਇੰਜੋਏ ਕਰ ਸਕਦੇ ਹੋ, ਅਤੇ ਦਿਨੇ ਆਹ ਦੇਖੋ ਬਾਹਰ ਇੰਨੀ ਵੱਡੀ ਵੱਡੀ ਖਿੜਕੀਆਂ ਹੈ ਬਈ ਕਿੰਨਾ ਵਿਊ ਅੱਛਾ ਆਊਗਾ। ਠੀਕ ਹੈ ਨਾ, ਸੋ ਇੰਟੀਗਰਲ ਕੋਚ ਫੈਕਟਰੀ ਨੇ ਇਹ ਵਿਸਟਾਡੋਮ ਟੂਰਿਸਟ ਕੋਚਿਸ ਬਣਾਏ ਨੇ। ਠੀਕ ਹੈ ਜੀ। ਅੱਛਾ, ਜੋ ਇੰਟੀਗਰਲ ਕੋਚ ਫੈਕਟਰੀ ਹੈ ਚੇਨਈ ਦੀ, ਇਹਨੇ ਹੀ ਜੋ ਕੋਚਿਸ ਹੈ ਉਹ ਬਣਾਏ ਸੀ ਵੰਦੇ ਭਾਰਤ ਐਕਸਪ੍ਰੈਸ ਦੇ। ਵੰਦੇ ਭਾਰਤ ਐਕਸਪ੍ਰੈਸ ਇਹ ਜੋ ਟ੍ਰੇਨ ਹੈ ਇਹਦੇ ਵੀ ਕੋਚਿਸ ਬਣਾਏ ਸੀਗੇ ਇੰਟੀਗਰਲ ਕੋਚ ਫੈਕਟਰੀ ਜੋ ਹੈ ਚੇਨਈ ਦੀ। ਠੀਕ ਹੈ ਜੀ। DRDO along with Indian Navy has conducted a trial of which indigenous built air droppable container? DRDO ਨੇ ਆਪਣੀ ਨੇਵੀ ਦੇ ਇੰਡੀਅਨ ਨੇਵੀ ਦੇ ਨਾਲ ਮਿਲ ਕੇ ਇੱਕ ਜੋ ਏਅਰ ਡਰੋਪੇਬਲ ਕੰਟੇਨਰ ਹੈ ਇਹਦਾ ਟਰਾਇਲ ਕੀਤਾ ਹੈ, ਅਤੇ ਇਹ ਸਕਸੈਸਫੁਲ ਵੀ ਰਿਹਾ। ਅਤੇ ਇਹਦਾ ਨਾਮ ਕੀ ਹੈ? ਇਹਦਾ ਨਾਮ ਹੈ ਸਹਾਇਕ NG। ਠੀਕ ਹੈ, ਸਹਾਇਕ NG। ਅਤੇ ਇਹਦਾ ਕੰਮ ਕੀ ਹੋਊਗਾ? ਇਨ ਕੇਸ ਕੋਈ ਆਪਣਾ ਸ਼ਿਪ ਪਹਿਲਾਂ ਹੀ ਦਰਿਆ ਵਿੱਚ ਗਿਆ ਹੋਇਆ ਅਤੇ ਉਹਨੂੰ ਕੋਈ ਸਮਾਨ ਦੀ ਲੋੜ ਪੈ ਗਈ, ਕੋਈ ਮੈਡੀਕੇਸ਼ਨ ਦੀ ਲੋੜ ਪੈ ਗਈ, ਕੋਈ ਸਪੇਅਰ ਪਾਰਟ ਦੀ ਲੋੜ ਪੈ ਗਈ, ਤਾਂ ਕੀ ਹੋਊਗਾ? ਆਪਣਾ ਮਤਲਬ ਨੇਵੀ ਵਾਲਿਆਂ ਦਾ ਕੋਈ ਵੀ ਏਅਰਕ੍ਰਾਫਟ ਉੱਥੇ ਜਾਊਗਾ, ਸ਼ਿਪ ਦੇ ਉੱਪਰ ਜਾਊਗਾ, ਅਤੇ ਇਸ ਸਹਾਇਕ NG ਦੇ ਵਿੱਚ ਸਮਾਨ ਪਾ ਕੇ ਨੀਚੇ ਡਰੋਪ ਕਰ ਦੂਗਾ, ਅਤੇ ਉਹ ਜਿੱਥੇ ਵੀ ਜਾ ਕੇ ਡਰੋਪ ਹੋਊਗਾ ਉੱਥੇ ਜਾ ਕੇ ਚੱਕ ਲੈਣਗੇ। ਇਸ ਲਈ ਇਹ ਬਣਾਇਆ ਗਿਆ। ਬਣਾਇਆ ਕਿਹਨੇ? DRDO ਨੇ। ਕਿਹਦੇ ਵਾਸਤੇ ਬਣਾਇਆ? ਇੰਡੀਅਨ ਨੇਵੀ ਲਈ। ਠੀਕ ਹੈ ਜੀ। ਅਤੇ ਇਹ ਰੀਪਲੇਸ ਕਰੂਗਾ ਸਹਾਇਕ MK1 ਨੂੰ ਜੋ ਇਹਦਾ ਪੁਰਾਣਾ ਵਰਜ਼ਨ ਹੈ। ਸਹਾਇਕ MK1। ਠੀਕ ਹੈ, ਇਹਨੂੰ ਇਹ ਰੀਪਲੇਸ ਕਰੂਗਾ। ਆਪਣਾ ਅੱਜ ਦਾ ਲਾਸਟ ਕੁਐਸਚਨ, ਇੰਡੀਆ ਦਾ ਫਸਟ ਪੋਲੀਨੇਟਰ ਪਾਰਕ ਜਿਹੜਾ ਖੁੱਲ੍ਹਣ ਜਾ ਰਿਹਾ ਉੱਤਰਾਖੰਡ ਦੇ ਵਿੱਚ, ਇਹ ਕਿੱਥੇ ਖੁੱਲੂਗਾ? ਇਹ ਖੁੱਲੂਗਾ ਇੰਡੀਆ ਦਾ ਆਪਣਾ ਪਹਿਲਾ ਪੋਲੀਨੇਟਰ ਪਾਰਕ ਖੁੱਲੂਗਾ ਨੈਨੀਤਾਲ ਦੇ ਵਿੱਚ। ਆਪਸ਼ਨ B ਨੈਨੀਤਾਲ। ਅਗਰ ਆਪਾਂ ਗਾਹ ਪੁੱਛੀਏ ਬਈ ਨੈਨੀਤਾਲ 'ਚ ਵੀ ਅੱਗੇ ਕਿੱਥੇ ਖੁੱਲੂਗਾ? ਇਹ ਨੈਨੀਤਾਲ 'ਚ ਵੀ ਅੱਗੇ ਖੁੱਲੂਗਾ ਹਲਦਵਾਨੀ ਡਿਸਟ੍ਰਿਕਟ ਦੇ ਵਿੱਚ। ਹਲਦਵਾਨੀ ਇੱਕ ਜਗ੍ਹਾ ਹੈ ਨੈਨੀਤਾਲ ਦੇ ਵਿੱਚ, ਉੱਥੇ ਖੁੱਲੂਗਾ ਇੰਡੀਆ ਦਾ ਪਹਿਲਾ ਪੋਲੀਨੇਟਰ ਪਾਰਕ। ਅਤੇ ਅੱਛਾ, ਹਲਦਵਾਨੀ ਹੀ ਇੱਕ ਉਹ ਜਗ੍ਹਾ ਹੈ ਜਿੱਥੇ ਗ੍ਰੀਨ ਰਮਾਇਣ ਪਾਰਕ ਵੀ ਖੁੱਲ੍ਹਿਆ ਹੈ। ਗ੍ਰੀਨ ਰਮਾਇਣ ਪਾਰਕ। ਠੀਕ ਹੈ, ਅਤੇ ਜੋ ਨੈਨੀਤਾਲ ਹੈ, ਨੈਨੀਤਾਲ ਦੇ ਵਿੱਚ ਖੁੱਲ੍ਹਿਆ ਹੈ ਇੰਡੀਆ ਦਾ ਫਸਟ ਮੌਸ ਗਾਰਡਨ। ਠੀਕ ਹੈ, ਇੰਡੀਆ ਦਾ ਫਸਟ ਮੌਸ ਗਾਰਡਨ ਖੁੱਲ੍ਹਿਆ ਹੈ ਨੈਨੀਤਾਲ ਦੇ ਵਿੱਚ, ਅਤੇ ਫਸਟ
ਲੈਦਰ ਪਾਰਕ ਕਿੱਥੇ ਖੁੱਲਿਆ ਹੈ? ਫਰਸਟ ਲੈਦਰ ਪਾਰਕ ਖੁੱਲਿਆ ਹੈ यूपी ਦੇ ਕਾਨਪੁਰ 'ਚ, ਕਾਨਪੁਰ ਦੇ ਵਿੱਚ ਖੁੱਲਿਆ ਹੈ ਇੰਡੀਆ ਦਾ ਫਰਸਟ ਲੈਦਰ ਪਾਰਕ। ਠੀਕ ਹੈ, ਅਗਰ ਆਪਾਂ ਕਹੀਏ ਵੀ ਇੰਡੀਆ ਦਾ ਫਰਸਟ ਟਾਇਰ ਪਾਰਕ ਕਿੱਥੇ ਖੁੱਲਿਆ ਹੈ? ਟਾਇਰ ਪਾਰਕ ਖੁੱਲਿਆ ਹੈ ਕਲਕੱਤਾ ਦੇ ਵਿੱਚ, ਜੋ ਹੈ ਵੈਸਟ ਬੰਗਾਲ 'ਚ। ਠੀਕ ਹੈ, ਕਲਕੱਤਾ ਦੇ ਵਿੱਚ ਖੁੱਲਿਆ ਹੈ ਇੰਡੀਆ ਦਾ ਫਰਸਟ ਟਾਇਰ ਪਾਰਕ। ਅਗਰ ਆਪਾਂ ਕਹੀਏ ਵੀ ਇੰਡੀਆ ਦਾ ਫਰਸਟ ਸੈਂਡਲਵੁੱਡ ਮਿਊਜ਼ੀਅਮ ਕਿੱਥੇ ਖੁੱਲਿਆ ਹੈ? ਸੈਂਡਲਵੁੱਡ ਮਿਊਜ਼ੀਅਮ। ਠੀਕ ਹੈ, ਸੋ ਇਹ ਖੁੱਲਿਆ ਸੈਂਡਲਵੁੱਡ ਮਿਊਜ਼ੀਅਮ ਮੈਸੂਰੂ ਦੇ ਵਿੱਚ, ਜੋ ਹੈ ਕਰਨਾਟਕਾ 'ਚ। ਠੀਕ ਹੈ ਜੀ, ਤੇ ਇੰਡੀਆ ਦਾ ਪਹਿਲਾ ਸੈਂਡ ਡਿਊਨ ਪਾਰਕ, ਇੰਡੀਆ ਦਾ ਪਹਿਲਾ ਸੈਂਡ ਡਿਊਨ ਪਾਰਕ ਇਹ ਖੁੱਲਿਆ ਗੋਆ ਦੇ ਵਿੱਚ। ਤੇ ਇੰਡੀਆ ਦਾ ਪਹਿਲਾ ਲਾਈਕਨ ਪਾਰਕ ਖੁੱਲਿਆ ਮੁਨਸੀਆਰੀ ਦੇ ਵਿੱਚ, ਜੋ ਹੈ ਉੱਤਰਾਖੰਡ 'ਚ। ਸੋ ਇੰਡੀਆ 'ਚ ਪਹਿਲੀ ਚੀਜ਼ਾਂ ਬਹੁਤ ਖੁੱਲੀਆਂ ਜੋ ਇੰਡੀਆਜ਼ ਫਸਟ ਹੈ। ਸੋ ਇਹ ਸਾਰੀਆਂ ਤੁਸੀਂ ਕਰਨੀਆਂ ਯਾਦ। ਠੀਕ ਹੈ ਜੀ, ਹੁਣ ਆ ਗਿਆ ਆਪਣਾ ਕੁਇਜ਼ ਨੂੰ ਆਪਾਂ ਕਰਦੇ ਹਾਂ ਛੇਤੀ ਛੇਤੀ, ਕਿਉਂਕਿ ਵੀਡੀਓ ਪਹਿਲਾਂ ਹੀ ਬਹੁਤ ਜ਼ਿਆਦਾ ਲੰਬੀ ਹੋ ਗਈ। ਕੁਇਜ਼ ਦੇ ਆਨਸਰ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦੂੰਗਾ। ਆਪਣਾ ਪਹਿਲਾ ਕੁਐਸਚਨ ਹੈ ਵੀ ਇੰਡੀਆਜ਼ ਫਰਸਟ ਫਾਇਰ ਪਾਰਕ ਹੈਜ਼ ਬੀਨ ਇਨੈਗੋਰੇਟਿਡ ਇਨ ਵਿਚ ਸਿਟੀ। ਬਈ ਜੋ ਫਾਇਰ ਪਾਰਕ ਹੈ ਇੰਡੀਆ ਦਾ ਪਹਿਲਾ, ਉਹ ਕਿੱਥੇ ਖੁੱਲਿਆ ਹੈ? ਇਹ ਖੁੱਲਿਆ ਹੈ ਓਡੀਸ਼ਾ ਦੀ ਕੈਪੀਟਲ ਭੁਵਨੇਸ਼ਵਰ ਦੇ ਵਿੱਚ। ਭੁਵਨੇਸ਼ਵਰ ਦੇ ਵਿੱਚ ਖੁੱਲਿਆ ਹੈ ਜੋ ਇੰਡੀਆ ਦਾ ਫਰਸਟ ਫਾਇਰ ਪਾਰਕ ਹੈ। ਇਹਦੇ ਵਿੱਚ ਮਤਲਬ ਫਾਇਰ ਸੇਫਟੀ ਮੈਜ਼ਰਮੈਂਟਸ ਵਾਸਤੇ ਦੱਸਿਆ ਜਾਊਗਾ ਵੀ ਫਾਇਰ ਨੂੰ ਕਿਵੇਂ ਬਚਿਆ ਜਾ ਸਕਦਾ ਫਾਇਰ ਤੋਂ। ਠੀਕ ਹੈ, ਵਰਲਡ ਵੈਟਲੈਂਡ ਡੇ ਇਹ ਕਦੋਂ ਓਬਜ਼ਰਵ ਕੀਤਾ ਜਾਂਦਾ ਇੰਡੀਆ ਦੇ ਵਿੱਚ? ਇਹ ਓਬਜ਼ਰਵ ਕੀਤਾ ਜਾਂਦਾ ਹੈ 2 ਫਰਵਰੀ ਨੂੰ। ਠੀਕ ਹੈ, 2 ਫਰਵਰੀ ਨੂੰ ਓਬਜ਼ਰਵ ਕੀਤਾ ਜਾਂਦਾ ਹੈ ਵਰਲਡ ਵੈਟਲੈਂਡ ਡੇ। ਠੀਕ ਹੈ, ਚੇਅਰਮੈਨ ਤੇ CEO ਕੌਣ ਹੈ IBM ਦਾ? ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਦਾ ਜੋ ਚੇਅਰਮੈਨ ਤੇ CEO ਹੈ ਉਹ ਹੈ ਅਰਵਿੰਦ ਕ੍ਰਿਸ਼ਨਾ। ਅਰਵਿੰਦ ਕ੍ਰਿਸ਼ਨਾ। ਠੀਕ ਹੈ, अपना अगला क्वेश्चन है विच सिटी इज़ द फाइनेंशियल कैपिटल ऑफ द वर्ल्ड? फाइनेंशियल कैपिटल है न्यूयॉर्क। ठीक है जी, अपने इंडिया का रैंक की सीगा ह्यूमन फ्रीडम इंडैक्स दे विच? इंडिया का रैंक सीगा बहुत ही सिंपल जा 111। ठीक है, तो फर्स्ट ते कौन सी? फर्स्ट ते सीगा न्यूजीलैंड। ठीक है जी, तो भीतरकनिका नैशनल पार्क, भीतरकनिका नैशनल पार्क ये कित्थे है? ये है जी ओडिशा दे विच। भीतरकनिका नैशनल पार्क है ओडिशा दे विच। सो अच्छा, अगे भी क्वेश्चन है भी सब तो ज़्यादा नंबर ऑफ टाइगर्स किहड़ी स्टेट दे विच मिलते हैं? ये मिलते हैं मध्य प्रदेश दे विच। मध्य प्रदेश दे विच सब तो ज़्यादा नंबर ऑफ टाइगर्स मिलते हैं, तो लैपर्ड्स भी सब तो ज़्यादा इत्थे ही मिलते हैं। लैपर्ड्स भी सब तो ज़्यादा मध्य प्रदेश दे विच ही मिलते हैं। ठीक है, इन्होंने पिछे हु इज़ द प्रेजिडेंट कट दो, इत्थे CEO कर लो, इत्थे कर लो हु इज़ द CEO ऑफ ICC? इन्हों का नाम है ग्रे बार्कले। ग्रे बार्कले। ठीक है जी, नागोबा यात्रा ये फैसटिवल किहड़ी स्टेट का है? ये है तेलंगाना का। तेलंगाना का फैसटिवल है नागोबा यात्रा। अच्छा, 1-2 फैसटिवल्स होर है जो यात्रा तो ही एंड होंगे है, जिमें एक तो है धानु यात्रा, बाली यात्रा, तो ये है ने ओडिशा के। सिर्फ नागोबा यात्रा ही एक ऐसा फैसटिवल है जिहदे पिछे यात्रा आंदा तो तेलंगाना का। ठीक है जी, हुण तुसीं अपना स्कोर चैक कर सकते हो भी तुसीं कित्थे स्टैंड कर रहे हो। तो अगर थोड़ा स्कोर खराब भी आ रहा है तो दिल नहीं सुटना, जी ला के मेहनत करनी है। फिर मिलते हैं आप जनवरी के पार्ट 2 एंड थैंक्स फॉर वॉचिंग दी प्रॉड।